स्वागत। देश विदेश ਵਿੱਚ ਬੈਠੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਉਹਨਾਂ ਦੇ ਆਪਣੇ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ। ਮੈਂ ਅਮੀਗਾ। ਜਦੋਂ ਵੀ ਅਸੀਂ ਬਿਮਾਰ ਹੁੰਨੇ ਆ, ਸਾਨੂੰ ਕੋਈ ਦੁੱਖ ਜਾਂ ਤਕਲੀਫ ਆਂਦੀ ਹੈ ਤੇ ਸਭ ਤੋਂ ਪਹਿਲਾਂ ਅਸੀਂ ਇਹੀ ਸੋਚਦੇ ਹਾਂ ਕਿ ਕਿਉਂ ਨਾ ਆਪਣੇ ਰਸੋਈ ਘਰ ਦੇ ਵਿੱਚ ਜਿਹੜੀਆਂ ਚੀਜ਼ਾਂ ਪਈਆਂ ਨੇ ਉਹਨਾਂ ਦਾ ਇਸਤੇਮਾਲ ਕਰੀਏ ਤੇ ਅਸੀਂ ਉਹਦੇ ਨਾਲ ਹੀ ਠੀਕ ਹੋ ਜਾਈਏ। मैं खास तौर पर गल इसलिए कर रही हाँ क्योंकि अज असी आयुर्वेदा की गल करांगे, क्योंकि आयुर्वेद भी सानू यही सिखाता है घर सब तो पहला जी घर दे विच साडे रसोई घर दे विच चीज़ां होंदियां असी उहदे इस्तेमाल दे नाल ठीक होने की कोशिश करते हैं। आयुर्वेद जिहड़ी पैथी है वो कोई अज दी पैथी नहीं है, कई हज़ारा साल पुरानी है। असी इतिहास दे विच भी आयुर्वेदा बारे पढ़ते ते सुनते आए हैं कि आयुर्वेदा की मदद दे नाल बहुत गंभीर तो गंभीर बीमारियां भी ठीक हो सकदियां ने ते अज दे समय दे विच इस दे बहुत सारे प्रमाण भी ने। इसलिए अज इस खास विषय ते चर्चा करांगे। साडे अज दा विषय रहेगा जीवन दे विच आयुर्वेद दा महत्व। ते गलबात करन लई स्टूडियो दे विच मेरे नाल ने बहुत-बहुत स्वागत करदे हां डॉक्टर पुनीत सैंबी जी दा। डॉक्टर पुनीत सैंबी जी आयुर्वेदाचार्य ने ते वैदिक न्यूट्रिशनिस्ट ने। बहुत-बहुत तुहाडा स्वागत करदे हां। ਤੇ ਆਯੁਰਵੇਦਾ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਵੀ ਗੱਲ ਕਰ ਰਹੀ ਸੀ ਕਿ ਆਯੁਰਵੇਦ ਅੱਜ ਦੀ ਪੈਥੀ ਨਹੀਂ ਹੈ, ਬਹੁਤ ਹਜ਼ਾਰਾਂ ਸਾਲ ਪੁਰਾਣੀ ਇਹ ਪੈਥੀ ਹੈ ਨਾ। ਪੂਰੇ ਵਿਸਥਾਰ ਦੇ ਨਾਲ ਤੁਹਾਡੇ ਤੋਂ ਜਾਣਾਂਗੇ, ਪਰ ਸਭ ਤੋਂ ਪਹਿਲਾਂ ਇਹੀ ਜਾਣਦੇ ਹਾਂ ਕਿ ਆਯੁਰਵੇਦਾ ਦਾ ਸਿਧਾਂਤ ਕੀ ਹੈ। ਜੀ, ਆਯੁਰਵੇਦਾ ਦੇ ਦੋ ਮੂਲ ਸਿਧਾਂਤ ਨੇ ਜੀ, ਦੋ ਪ੍ਰਿੰਸੀਪਲਸ ਨੇ ਜਿਹਦੇ ਉੱਤੇ ਆਯੁਰਵੇਦਾ ਵਰਕ ਕਰਦਾ ਹੈ। ਪਹਿਲਾ ਇਹਦਾ ਪ੍ਰਿੰਸੀਪਲ ਹੈ ਕਿ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈ, ਕੋਈ ਡਿਜ਼ੀਜ਼ ਹੈ, ਉਹਦੇ ਡਿਜ਼ੀਜ਼ ਨੂੰ ਕਿੱਦਾਂ ਸਬਸਾਈਡ ਕਰਕੇ ਉਹਨੂੰ ਇੱਕ ਹੈਲਦੀ ਲਾਈਫਸਟਾਈਲ ਦੇਣਾ, ਇਹ ਇਹਦਾ ਪਹਿਲਾ ਸਿਧਾਂਤ ਹੈ। ਦੂਸਰਾ ਆਯੁਰਵੇਦਾ ਦਾ ਸਿਧਾਂਤ ਹੈ ਕਿ ਅਗਰ ਕੋਈ ਬੰਦਾ ਹੈਲਦੀ ਹੈ, ਹੈਲਦੀ ਬੀਇੰਗ ਹੈਗਾ, ਉਹਦੀ ਹੈਲਦੀ ਜਿਹੜੀ ਲਾਈਫਸਟਾਈਲ ਉਹਨੂੰ ਕਿੱਦਾਂ ਮੇਨਟੇਨ ਕਰਕੇ ਰੱਖਣਾ, ਇਹ ਉਹਦਾ ਦੂਜਾ ਸਿਧਾਂਤ ਹੈ। ਬਿਕਾਜ਼ ਅੱਜ ਕੱਲ੍ਹ ਲੋਕੀ ਬਹੁਤ ਜ਼ਿਆਦਾ ਅਵੇਅਰ ਹੋ ਚੁੱਕੇ ਆ, ਹਰ ਕੋਈ ਲੋਕੀ ਆਪਣੀ ਹੈਲਥ ਨੂੰ ਬਹੁਤ ਧਿਆਨ ਦੇ ਰਹੇ ਨੇ। ਹਰ ਕਿਸੇ ਨੂੰ ਹੈਗਾ ਕਿ ਅਸੀਂ ਇੱਕ ਹੈਲਦੀ ਲਾਈਫਸਟਾਈਲ ਨੂੰ ਅਪਣਾਉਣਾ, ਇਸ ਕਰਕੇ ਲੋਕੀ ਬਹੁਤ ਜ਼ਿਆਦਾ ਆਪਣੀ ਹੈਲਥ ਨੂੰ ਧਿਆਨ ਨੂੰ ਰੱਖ ਕੇ ਆਪਣੀ ਡਾਈਟ ਨੂੰ ਵੀ ਉੱਦਾਂ ਹੀ ਲੈ ਰਹੇ ਨੇ। ਜੀ ਜੀ, ਬਿਲਕੁਲ ਤੁਸੀਂ ਇਹ ਗੱਲ ਕੀਤੀ ਕਿਤੇ ਆਯੁਰਵੇਦਾ ਦੀ ਗੱਲ ਨੂੰ ਹੋਰ ਅੱਗੇ ਵਧਾਉਂਦੇ ਹੋਏ ਤੇ ਜਿਸ ਦਾ ਸਿਧਾਂਤ ਬਾਰੇ ਤੁਸੀਂ ਦੱਸਿਆ ਤੇ ਜਿਸ ਦਾ ਅੱਜ ਦਾ ਵਿਸ਼ਾ ਵੀ ਹੈ ਕਿ ਆਯੁਰਵੇਦ ਦਾ ਕੀ ਮਹੱਤਵ ਹੈ, ਜ਼ਿੰਦਗੀ ਦੇ ਵਿੱਚ ਆਯੁਰਵੇਦ ਦਾ ਕੀ ਮਹੱਤਵ ਹੈ, ਤੇ ਇਸ ਬਾਰੇ ਵੀ ਤੁਹਾਡੇ ਤੋਂ ਜਾਣਾਂਗੇ। ਜੀ, ਆਯੁਰਵੇਦਾ ਨਾ ਇੱਕ ਡਿਫਰੈਂਟ ਰੋਲ ਪਲੇ ਕਰਦਾ, ਇੱਕ ਡਿਫਰੈਂਟ ਪੈਥੀ ਹੈਗੀ ਹੈ, ਡਿਫਰੈਂਟ ਰੋਲ ਪਲੇ ਕਰਦਾ। ਇਹ ਇਦਾਂ ਨਹੀਂ ਚੱਲਦੀ ਹੈਗੀ ਕਿ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ ਤੇ ਆਪਾਂ ਇੱਕ ਜਸਟ ਪੇਨ ਕਿਲਰ ਦੇ ਦਾਂਗੇ ਤੇ ਤੁਹਾਡੀ ਪ੍ਰੋਬਲਮ ਸਬਸਾਈਡ ਹੋ ਜਾਏਗੀ। ਫॉर ਐਗਜ਼ਾਮਪਲ ਅਗਰ ਆਪਾਂ ਗੱਲ ਕਰੀਏ ਮਾਈਗ੍ਰੇਨ ਦੀ ਗੱਲ ਕਰੀਏ, ਮਾਈਗ੍ਰੇਨ ਵਿੱਚ ਐਲੋਪੈਥੀ 'ਚ ਕੀ ਹੈ ਕਿ ਅਗਰ ਇੱਕ ਤੁਹਾਨੂੰ ਮੈਡੀਸਿਨ ਦੇ ਦਿਓ ਤੁਹਾਡੀ ਹੈਡੇਕ ਸਬਸਾਈਡ ਹੋ ਜਾਏਗੀ। ਜੀ, ਆਯੁਰਵੇਦਾ ਇਦਾਂ ਨਹੀਂ ਸੋਚਦਾ ਹੈਗਾ। ਆਯੁਰਵੇਦਾ ਐਵੀਡੈਂਸ ਨਾਲ ਲੈ ਕੇ ਦੇਖਦਾ ਔਰ ਨਾਲ ਦੇਖਦਾ ਕਿ ਪ੍ਰੋਬਲਮ ਹੈ ਕੀ ਹੈ, ਪ੍ਰੋਬਲਮ ਦੀ ਰੂਟ ਕਾਜ਼ ਕੀ ਹੈ। ਅਗਰ ਤੁਹਾਨੂੰ ਮਾਈਗ੍ਰੇਨ ਆ, ਇਹ ਮਾਈਗ੍ਰੇਨ ਕਿਉਂ ਆ, ਤੁਹਾਨੂੰ ਵਾਤ ਦੋਸ਼ ਕਰਕੇ ਮਾਈਗ੍ਰੇਨ ਆ, ਪਿੱਤ ਦੋਸ਼ ਕਰਕੇ ਮਾਈਗ੍ਰੇਨ ਆ ਕਿ ਕਫ ਦੋਸ਼ ਕਰਕੇ ਮਾਈਗ੍ਰੇਨ ਆ। ਸੋ ਤੁਹਾਡੇ ਦੋਸ਼ਾਂ ਨੂੰ ਸਟੱਡੀ ਕਰੂਗਾ। ਅਗਰ ਤੁਹਾਨੂੰ ਵਾਤ ਕਰਕੇ ਪ੍ਰੋਬਲਮ ਆ ਉਹਨੂੰ ਸਬਸਾਈਡ ਕਰੂਗਾ ਤੇ ਤੁਹਾਨੂੰ ਉਸ ਦੇ ਹਿਸਾਬ ਨਾਲ ਤੁਹਾਨੂੰ ਜਿਹੜੀ ਲਾਈਨ ਆਫ ਟ੍ਰੀਟਮੈਂਟ ਆ ਤੁਹਾਡੀ ਉਹਦੇ ਹਿਸਾਬ ਨਾਲ ਹੋਗੀ। ਅਗਰ ਤੁਹਾਡੇ ਪਿੱਤ ਦੋਸ਼ ਕਰਕੇ ਮਾਈਗ੍ਰੇਨ ਹੈਗੀ ਆ ਤੇ ਲਾਈਨ ਆਫ ਟ੍ਰੀਟਮੈਂਟ ਪਿੱਤ ਕਰਕੇ ਹੋਗੀ। ਸੋ ਇੱਕ ਐਵੀਡੈਂਸ ਦੇ ਨਾਲ ਲੈ ਕੇ ਇਹਦੀ ਲਾਈਨ ਆਫ ਟ੍ਰੀਟਮੈਂਟ ਹੁੰਦੀ ਹੈ। ਸੋ ਇੱਕ ਇਹ ਗੱਲ ਹੋਗੀ ਕਿ ਆਯੁਰਵੇਦ ਇਸ ਕਰਕੇ ਇੰਪੋਰਟੈਂਟ ਹੈਗਾ। ਦੂਸਰੀ ਗੱਲ ਹੈ ਕਿ ਆਯੁਰਵੇਦ ਨੇ ਸਾਨੂੰ ਪੰਚਕਰਮ ਦਿੱਤੇ ਨੇ, ਆਯੁਰਵੇਦ ਨੇ ਸਾਨੂੰ ਯੋਗ ਦਿੱਤਾ। ਸੋ ਆਯੁਰਵੇਦਾ ਦਾ ਇੱਕ ਅਲੱਗ ਹੀ ਇੰਪੋਰਟੈਂਸ ਹੈਗੀ ਆ ਅੱਜ ਦੀ ਸਾਇੰਸ ਦੇ ਵਿੱਚ। ਅੱਜ ਦੀ ਸਾਇੰਸ ਦੇ ਵਿੱਚ ਜੀ। ਤੇ ਜਿਸ ਤਰ੍ਹਾਂ ਤੁਸੀਂ ਦੋਸ਼ ਦੀ ਗੱਲ ਕੀਤੀ, ਹਾਂਜੀ, ਤੇ ਜੇ ਵਿਸਤਾਰ ਦੇ ਨਾਲ ਜਾਣੀਏ ਤੇ ਆਯੁਰਵੇਦਾ ਦੋਸ਼ ਤੇ ਸਵਾਦ ਬਾਰੇ ਕੀ ਦੱਸਦਾ ਹੈ? ਹਾਂਜੀ, ਪਹਿਲਾਂ ਤੇ ਆਪਾਂ ਜਾਣਦੇ ਹਾਂ ਕਿ ਦੋਸ਼ ਹੁੰਦੇ ਕੀ ਆ। ਆਯੁਰਵੇਦਾ ਦੇ ਵਿੱਚ 3 ਦੋਸ਼ ਪਾਏ ਗਏ ਨੇ ਜਿਹੜੇ ਕਿ ਪਿਲਰਸ ਆ। ਆਯੁਰਵੇਦਾ ਇਸ ਤੋਂ ਬਗੈਰ ਕੋਈ ਵੀ ਕੰਮ ਨਹੀਂ ਕਰਦਾ ਹੈਗਾ। ਕੋਈ ਵੀ ਲਾਈਨ ਆਫ ਟ੍ਰੀਟਮੈਂਟ ਹੋਗੀ ਜਾਂ ਕੋਈ ਵੀ ਵੈਦਿਕ ਡਾਈਟਸ ਹੋ ਗਈਆਂ ਜਿਹੜੀਆਂ ਕਿ ਮੈਂ ਵੀ ਦਿੰਨੀ ਆ, ਕੋਈ ਵੀ ਡਾਈਟਸ, ਇਹ ਸਾਰਾ ਕੁਝ ਦੋਸ਼ਾਂ ਦੇ ਹਿਸਾਬ ਨਾਲ ਹੀ ਚੱਲਦਾ। ਆਯੁਰਵੇਦ ਦੋਸ਼ਾਂ ਦੇ ਹਿਸਾਬ ਨਾਲ ਹੀ ਚੱਲਦਾ। ਆਯੁਰਵੇਦਾ ਵਿੱਚ 3 ਦੋਸ਼ ਨੇ, ਵਾਤ ਦੋਸ਼, ਪਿੱਤ ਦੋਸ਼ ਤੇ ਕਫ ਦੋਸ਼। ਤੇ ਜਿਹੜੇ ਆਯੁਰਵੇਦਾ ਵਿੱਚ 6 ਟੇਸਟ ਹੈਗੇ ਨੇ। ਟੇਸਟ ਮਤਲਬ ਜਿਹੜੀ ਆਪਾਂ ਜਦੋਂ ਅਸੀਂ ਖਾਣਾ ਖਾਂਦੇ ਆ ਉਹਦੇ ਵਿੱਚੋਂ ਸਾਨੂੰ ਟੇਸਟ ਕੀ ਮਿਲਦਾ, ਉਹ ਅਸੀਂ ਉਸ ਚੀਜ਼ ਨੂੰ ਵੀ ਲੈ ਕੇ ਤੇ ਦੋਸ਼ਾਂ ਨੂੰ ਲੈ ਕੇ ਹੀ ਸਾਰੀ ਇਹਨਾਂ ਦੀ ਲਾਈਨ ਆਫ ਟ੍ਰੀਟਮੈਂਟ ਉਹਦੇ ਬੇਸਿਸ ਤੇ ਹੁੰਦਾ। ਜੀ, ਜਿਹੜੇ ਆਯੁਰਵੇਦਾ ਵਿੱਚ 6 ਟੇਸਟ ਹੈਗੇ ਨੇ, ਸਵੀਟ, ਸਾਰ, ਸੌਲਟੀ, ਪੰਜੈਂਟ, ਬਿਟਰ ਤੇ ਐਸਟ੍ਰਿੰਜੈਂਟ। ਇਹ ਜਿਹੜੇ ਟੇਸਟ ਹੈਗੇ ਆ ਤੇ ਦੋਸ਼ ਆ ਇਹ ਇੰਟਰਲਿੰਕਡ ਹੈਗੇ ਆ। ਕਿਉਂਕਿ ਜਿਹੜਾ ਸਵੀਟ, ਸਾਰ ਤੇ ਸੌਲਟੀ ਮਤਲਬ ਮਿੱਠਾ ਹੋ ਗਿਆ, ਨਮਕੀਨ ਹੋ ਗਿਆ ਤੇ ਖੱਟਾ ਹੋ ਗਿਆ, ਇਹ ਜਿਹੜੇ 3 ਟੇਸਟ ਹੈਗੇ ਆ ਇਹ ਤੁਹਾਡੇ ਕਫ ਦੋਸ਼ਾਂ ਨੂੰ ਐਗਰੀਵੇਟ ਕਰਦੇ। ਮਤਲਬ ਐਗਰੀਵੇਟ ਦਾ ਮਤਲਬ ਇਹ ਵਧਾਉਂਦੇ ਨੇ। ਤੇ ਜਿਹੜਾ ਹੈਗੇ ਆ ਪੰਜੈਂਟ ਹੋ ਗਿਆ, ਬਿਟਰ ਹੋ ਗਿਆ, ਐਸਟ੍ਰਿੰਜੈਂਟ ਹੋ ਗਿਆ, ਇਹ ਜਿਹੜੇ ਤੁਹਾਡੇ ਕਫ ਦੋਸ਼ਾਂ ਨੂੰ ਘਟਾਉਂਦੇ ਨੇ। ਤੇ ਜਿਹੜਾ ਸਾਲਟ ਤੇ ਜਿੱਦਾਂ ਕਿ ਨਮਕੀਨ ਹੋ ਗਿਆ ਜਾਂ ਖੱਟਾ ਹੋ ਗਿਆ ਜਾਂ ਪੰਜੈਂਟ ਟੇਸਟ ਹੋ ਗਿਆ, ਇਹ ਤੁਹਾਡੇ ਪਿੱਤ ਦੋਸ਼ਾਂ ਨੂੰ ਐਗਰੀਵੇਟ ਕਰਦੇ ਆ। ਜੀ,
ਸੋ ਜਦੋਂ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਆ, ਜਦੋਂ ਆਪਾਂ ਸਟੱਡੀ ਕਰਦੇ ਆ ਦੋਸ਼ ਕੀ ਇਹਦੇ ਚ ਵਾਤ ਦੋਸ਼ ਕਰਕੇ ਪ੍ਰੋਬਲਮ ਆ, ਤੇ ਫਿਰ ਅਸੀਂ ਉਹਦੇ ਹਿਸਾਬ ਨਾਲ ਉਹਨੂੰ ਡਾਈਟ ਦਵਾਂਗੇ ਕਿ ਅਸੀਂ ਉਹ ਚੀਜ਼ਾਂ ਨੂੰ ਨਹੀਂ ਦਵਾਂਗੇ ਜਿਹਦੇ ਨਾਲ ਵਾਤ ਦੋਸ਼ ਐਗਰੀਵੇਟ ਹੁੰਦਾ। ਜੀ, ਜਿਸ ਤਰ੍ਹਾਂ ਵਾਤ ਦੋਸ਼ ਦੀ ਅਸੀਂ ਗੱਲ ਕਰੀਏ ਤੇ ਵਾਤ ਦੋਸ਼ ਅਸਲ ਦੇ ਵਿੱਚ ਕਿਸ ਨੂੰ ਕਹਿੰਦੇ ਨੇ? ਵਾਤ ਦੋਸ਼ ਜਿਹੜੀ ਡਰਾਈਨੈਸ ਆ ਤੁਹਾਡੀ ਸਕਿਨ ਦੇ ਵਿੱਚ, ਉਹਨੂੰ ਅਸੀਂ ਅਗਰ ਕਿਸੇ ਨੂੰ ਵਾਤ ਦੋਸ਼ ਹੈਗਾ ਤੇ ਉਹਦੀ ਸਕਿਨ 'ਚ ਬਹੁਤ ਜ਼ਿਆਦਾ ਡਰਾਈਨੈਸ ਹੋਊਗੀ। ਅਗਰ ਵਾਤ ਦੋਸ਼ ਹੈਗਾ ਤੇ ਪੇਨ ਬਹੁਤ ਹੋਊਗੀ, ਜੁਆਇੰਟ ਵਿੱਚ ਪੇਨ ਬਹੁਤ ਹੋਊਗੀ, ਕਿਉਂਕਿ ਵਾਤ ਦੋਸ਼ ਦੇ ਨਾਲ ਕੀ ਹੁੰਦਾ ਕਿ ਜਿਹੜੀ ਮੂਵਮੈਂਟ ਆ ਉਹ ਮਤਲਬ ਸਪਰੈਸ ਹੋ ਜਾਂਦੀ ਆ। ਠੀਕ ਹੈ, ਅਗਰ ਕਿਸੇ ਨੂੰ ਵਾਤ ਦੋਸ਼ ਹੈਗਾ ਵਾ ਅਗਰ ਐਗਰੀਵੇਟਡ ਆ ਬੋਡੀ ਦੇ ਵਿੱਚ, ਉਹਨੂੰ ਕਨਸਟੀਪੇਸ਼ਨ ਦੇ ਇਸ਼ੂਜ਼ ਰਹਿਣਗੇ। ਅਗਰ ਵਾਤ ਦੋਸ਼ ਹੈਗੇ ਉਹਦੇ 'ਚ ਇੱਕ ਹੁੰਦਾ ਨਾ ਚਿੜਚਿੜਾਪਨ ਹਮੇਸ਼ਾ ਆਲ ਦਾ ਟਾਈਮ ਆਂਦਾ, ਉਹ ਹੋਊਗਾ। ਮਤਲਬ ਵਾਤ ਦੋਸ਼ ਜਿਹੜਾ ਵਾ ਉਹ ਤੁਹਾਡੀ ਬੋਡੀ ਦੇ ਵਿੱਚ ਬੇਸਿਕਲੀ ਜਿਹੜੀ ਡਰਾਈਨੈਸ ਆ, ਜਿਹੜੀ ਦਾ ਬ੍ਰੇਨ ਦੇ ਵਿੱਚ ਜਿਹਦਾ ਹੈਡੇਕ ਵੀ ਅਗਰ ਡਰਾਈਨੈਸ ਕਰਕੇ ਹੈਡੇਕ ਆ, ਵਾਤ ਦੋਸ਼ ਕਰਕੇ ਹੈਡੇਕ ਆ, ਤੇ ਉਸ ਕੇਸ 'ਚ ਵੀ ਵਾਤ ਦੋਸ਼ ਹੁੰਦਾ, ਵਾਤ ਦੋਸ਼ ਜਿਹੜਾ ਹੋ ਜਾਂਦਾ। ਇਸ ਤਰ੍ਹਾਂ ਪਿੱਤ ਦੋਸ਼ ਦੀ ਗੱਲ ਕਰੀਏ ਤੇ ਪਿੱਤ ਦੋਸ਼ ਦਾ ਕਿੱਦਾਂ ਪਤਾ ਲੱਗਦਾ ਹੈ ਕਿ ਇਹ ਜੇ ਨੂੰ ਕੋਈ ਤਕਲੀਫ ਹੋ ਰਹੀ ਹੈ ਤਾਂ ਇਹਦਾ ਕਾਰਨ ਪਿੱਤ ਦੋਸ਼ ਹੋ ਸਕਦਾ ਹੈ? ਹਾਂਜੀ, ਪਿੱਤ ਦੋਸ਼ ਦੇ ਕੇਸ 'ਚ ਕੀ ਹੁੰਦਾ ਕਿ ਐਸਿਡਿਟੀ ਇਸ਼ੂਜ਼ ਬਹੁਤ ਆਉਂਦੇ ਆ। ਐਸਿਡਿਟੀ ਇਸ਼ੂਜ਼ ਆਣਗੇ ਜਾਂ ਤੁਹਾਡੀ ਸਕਿਨ ਦੇ ਉੱਤੇ ਐਲਰਜੀ ਇਸ਼ੂਜ਼ ਬਹੁਤ ਜ਼ਿਆਦਾ ਆਉਂਦੇ ਆ, ਜਾਂ ਗੁੱਸਾ ਬਹੁਤ ਆਉਂਦਾ। ਤੇ ਅਗਰ ਇਹ ਚੀਜ਼ਾਂ ਤੁਹਾਨੂੰ ਆਉਂਦੀਆਂ ਪਈਆਂ, ਜਾਂ ਤੁਹਾਡੀ ਡਾਈਜੈਸ਼ਨ ਸਹੀ ਨਹੀਂ ਹੈਗੀ, ਤੁਸੀਂ ਕੁਝ ਵੀ ਖਾਂਦੇ ਪਿਓ, ਤੁਹਾਡੇ ਪੇਟ 'ਚ ਪ੍ਰੋਬਲਮ ਆ ਰਹੀ ਆ, ਜਾਂ ਤੁਹਾਡੀ ਬਾਡੀ ਨੂੰ ਅਗਰ ਤੁਸੀਂ ਕੁਝ ਵੀ ਖਾ ਰਹੇ ਹੋ ਤੁਹਾਨੂੰ ਲੱਗ ਨਹੀਂ ਰਿਹਾ, ਅਸਿਮੀਲੇਸ਼ਨ ਪ੍ਰੋਪਰ ਨਹੀਂ ਹੋ ਰਹੀ ਆ, ਇਟ ਮੀਨ ਤੁਹਾਡਾ ਪਿੱਤ ਦੋਸ਼ ਜਿਹੜਾ ਵਾ ਉਹ ਖਰਾਬ ਹੈਗਾ, ਇੰਬੈਲੈਂਸ ਹੈਗਾ ਬਾਡੀ ਵਿੱਚ। ਜੀ, ਤੇ ਵਾਤ, ਪਿੱਤ ਤੇ ਕਫ, ਤੇ ਕਫ ਦੋਸ਼ ਬਾਰੇ ਵੀ ਵਿਸਤਾਰ ਦੇ ਨਾਲ ਜਾਣਾਂਗੇ। ਕਫ ਦੋਸ਼ ਹੁੰਦਾ ਕਿ ਇਨ ਕੇਸ ਜਿਹੜੀ ਜਦੋਂ ਅਸੀਂ ਕੋਈ ਵੀ ਜਿੱਦਾਂ weight ਜਿਨ੍ਹਾਂ ਦਾ ਗੇਨ ਹੋ ਜਾਂਦਾ, ਉਹਨਾਂ ਜਿਹੜਾ ਕਫ ਆ ਉਹ ਵਧਿਆ ਹੁੰਦਾ। ਕਫ ਜਿਹੜਾ ਬੇਸਿਕਲੀ ਹੁੰਦਾ ਕਿ ਤੁਹਾਡੀ ਬਾਡੀ ਨੂੰ ਨਰਿਸ਼ ਕਰਨ ਵਾਸਤੇ ਹੁੰਦਾ। ਜਿੱਦਾਂ ਤੁਹਾਡੀ ਸਕਿਨ ਤੇ ਜਿਹੜੀ ਸ਼ਾਈਨ ਆ ਉਹ ਕਫ ਕਰਕੇ ਹੁੰਦੀ ਆ। ਜਿੱਦਾਂ ਅਸੀਂ ਆਈਜ਼ ਨੂੰ ਬਲਿੰਕ ਕਰ ਰਹੇ ਆ, ਸਾਡੀ ਇੱਕ ਆਈਜ਼ ਦੇ ਅੰਦਰ ਜਿਹੜੀ ਆਈਲਿਡ ਦੇ ਵਿੱਚ ਜਿਹੜੀ ਲੁਬਰੀਕੇਸ਼ਨ ਆ ਉਹ ਕਫ ਕਰਕੇ ਹੁੰਦਾ। ਜਿਹੜੇ ਗੋਡਿਆਂ ਦੇ ਵਿੱਚ ਹੁੰਦਾ ਨਾ, ਜਿਹੜੇ ਕਹਿੰਦੇ ਕਿ ਗਰੀਸ ਖਤਮ ਹੋ ਗਈ, ਉਹ ਜਿਹੜੀ ਗਰੀਸ ਆ ਉਹ ਕਫ ਹੁੰਦਾ। ਸੋ ਜਿਹੜਾ ਕਫ ਆ, ਵਾਤ ਪਿੱਤ ਕਫ ਹੈ, ਬੈਲੈਂਸ ਰਹਿਣੇ ਚਾਹੀਦੇ ਆ ਤੇ ਬਾਡੀ ਇੱਕ ਹੈਲਦੀ ਬੀਇੰਗ ਹੁੰਦਾ। ਅਗਰ ਤੁਹਾਡੀ ਬਾਡੀ ਦੇ ਵਿੱਚ ਤਿੰਨਾਂ ਦੇ ਵਿੱਚੋਂ ਵੀ ਇੱਕ ਦੋਸ਼ ਵੀ ਇੰਬੈਲੈਂਸ ਹੋ ਜਾਂਦਾ ਤੇ ਤੁਹਾਨੂੰ ਕੋਈ ਨਾ ਕੋਈ ਵਿਕਾਰ ਜਾਂ ਤੁਹਾਨੂੰ ਕੋਈ ਨਾ ਕੋਈ ਡਿਜ਼ੀਜ਼ ਆ ਕੇ ਘੇਰ ਲੈਂਦਾ। ਮਤਲਬ ਕਿ ਜਦੋਂ ਵੀ ਸਾਨੂੰ ਕੋਈ ਤਕਲੀਫ ਆਂਦੀ ਹੈ ਤੇ ਅਸੀਂ ਜੇ ਆਯੁਰਵੈਦਿਕ ਟ੍ਰੀਟਮੈਂਟ ਲੈਂਦੇ ਆ, ਆਯੁਰਵੈਦਾਚਾਰਿਆ ਕੋਲ ਜਾਂਦੇ ਆ, ਤੇ ਪਹਿਲੇ ਵਾਤ, ਪਿੱਤ ਤੇ ਕਫ। ਜੀ ਬਿਲਕੁਲ ਜੀ। ਜਦੋਂ ਵੀ ਸਾਡੇ ਕੋਲ ਕੋਈ, ਜਿੱਦਾਂ ਮੈਂ ਡਾਈਟ ਦਿੰਨੀ ਆ ਤੇ ਮੇਰੇ ਕੋਲ ਕੋਈ ਕਲਾਇੰਟ ਆਂਦਾ ਤੇ ਮੈਂ ਸਭ ਤੋਂ ਪਹਿਲਾਂ ਉਹਦਾ ਵਾਤ, ਪਿੱਤ, ਕਫ ਹੀ ਦੇਖਦੀ ਆ। ਉਹਦਾ ਕੋਈ ਕੁਐਸਚਨਰ ਇੱਕ ਫਾਰਮ ਭਰਾਇਆ ਜਾਂਦਾ, ਉਹਦੇ ਬੇਸਿਸ ਤੇ ਉਹਦਾ ਵਾਤ, ਪਿੱਤ, ਕਫ ਨੂੰ ਸਟੱਡੀ ਕੀਤਾ ਜਾਂਦਾ, ਐਨਾਲਾਈਜ਼ ਕੀਤਾ ਜਾਂਦਾ ਕਿ ਉਹਦੀ ਬਾਡੀ ਟਾਈਪ ਕੀ ਆ। ਬਾਡੀ ਟਾਈਪ ਮਤਲਬ ਕਿ ਉਹਦੀ ਬਾਡੀ ਟਾਈਪ ਵਾਤ, ਪਿੱਤ ਆ, ਵਾਤ, ਕਫ ਆ ਕਿ ਕੱਲੀ ਵਾਤ ਐਗਰੀਵੇਟਡ ਆ। ਉਹ ਵਾਤ, ਪਿੱਤ ਨੂੰ ਦੇਖ ਕੇ ਹੀ ਅਸੀਂ ਅੱਗੇ ਕੋਈ ਟ੍ਰੀਟਮੈਂਟ ਦਿੰਨੇ ਆ। ਲਾਈਨ ਆਫ ਟ੍ਰੀਟਮੈਂਟ ਸਾਡਾ ਸ਼ੁਰੂ ਹੀ ਉੱਥੋਂ ਹੁੰਦਾ। ਤੇ ਜਿਸ ਤਰ੍ਹਾਂ ਸਵਾਦ ਦੀ ਅਸੀਂ ਗੱਲ ਕਰ ਰਹੇ ਸੀ, ਤੇ ਇਹ ਵੀ ਹੁੰਦਾ ਹੈ ਜੇ ਕਿਸ ਨੂੰ ਵਾਤ ਦੋਸ਼ ਹੈ ਤੇ ਉਸ ਨੂੰ ਇਹ ਸਵਾਦ ਜਿਹੜਾ ਹੈ ਉਹ ਨਹੀਂ ਲੈਣਾ ਚਾਹੀਦਾ। ਜੀ ਬਿਲਕੁਲ ਜੀ, ਬਿਲਕੁਲ ਜੀ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ 6 ਟੇਸਟ ਹੈਗੇ ਨੇ, ਠੀਕ ਹੈ। ਅਗਰ ਕਿਸੇ ਨੂੰ ਵਾਤ ਦੋਸ਼ ਹੈਗਾ ਤੇ ਉਹਨੂੰ ਜਿਹੜੇ ਟੇਸਟ ਹੈਗੇ ਪੰਜਨ, ਬਿਟਰ ਤੇ ਐਸਟ੍ਰਿੰਜੈਂਟ, ਮਤਲਬ ਕਿ ਕਟੂ ਤੇ ਕਸ਼ਾਏ, ਜਿਹੜੇ 3 ਟੇਸਟ ਹੈਗੇ, ਇਹ ਬਿਲਕੁਲ ਨਹੀਂ ਲੈਣੇ ਚਾਹੀਦੇ। ਯਾਨੀ ਕਿ ਇਹ ਟੇਸਟ ਤਾਂ ਸਾਨੂੰ ਮਿਲਦੇ ਆ ਜਿੱਦਾਂ ਕਿ ਸੈਲਡਸ ਜਿਹੜੇ ਹੁੰਦੇ ਆ ਇਹਨਾਂ ਤੋਂ ਮਿਲਦੇ ਆ। ਅਗਰ ਕਿਸੇ ਨੂੰ ਵਾਤ ਦੋਸ਼ ਆਲਰੇਡੀ ਹੈਗਾ ਉਹਨੂੰ ਸੈਲਡਸ ਨਹੀਂ ਲੈਣੇ ਚਾਹੀਦੇ, ਕਿਉਂਕਿ ਇਹ ਜਿਹੜੇ ਟੇਸਟ ਹੈਗੇ ਉਹ ਸਾਨੂੰ ਸੈਲਡਸ ਵਿੱਚੋਂ ਜਾਂ ਰੋ ਜਿਹੜੀਆਂ ਸਬਜ਼ੀਆਂ ਹੈਗੀਆਂ ਸਾਨੂੰ ਇਹ ਟੇਸਟ ਉੱਥੋਂ ਮਿਲਦੇ ਨੇ। ਸੋ ਜਿਹਨੂੰ ਅਗਰ ਵਾਤ ਦੀ ਪ੍ਰੋਬਲਮ ਹੈਗੀ ਆ, ਵਾਤ ਦੋਸ਼ ਜਿਹੜਾ ਹੈਗਾ ਵਾ ਉਹ ਇੰਬੈਲੈਂਸ ਦਾ ਬਾਡੀ ਦੇ ਵਿੱਚ, ਉਹਨੂੰ ਸਵੀਟ, ਸਾਰ, ਸਾਲਟੀ ਜਿਹੜੇ ਟੇਸਟ ਆ ਉਹ ਲੈਣੇ ਚਾਹੀਦੇ ਆ। ਮਤਲਬ ਮਧੁਰ, ਅਮਲ, ਲਵਣ ਜਿਹੜੇ ਟੇਸਟ ਆ ਉਹ ਲੈਣੇ ਚਾਹੀਦੇ ਜੀ। ਤੇ ਪਿੱਤ ਦੋਸ਼, ਇਸੇ ਤਰ੍ਹਾਂ ਪਿੱਤ ਦੋਸ਼ ਦੀ ਗੱਲ ਕਰੀਏ ਤੇ ਜੇ ਪਿੱਤ ਦੋਸ਼ ਹੈ ਕਿਸੇ ਨੂੰ ਤਾਂ ਕਿਹੜਾ ਸਵਾਦ ਨਹੀਂ ਲੈਣੇ ਚਾਹੀਦੇ? ਹਾਂਜੀ, ਅਗਰ ਪਿੱਤ ਦੋਸ਼ ਆ ਤੇ ਨਮਕ ਨਹੀਂ ਲੈਣਾ ਚਾਹੀਦਾ, ਖੱਟਾ ਨਹੀਂ ਲੈਣਾ ਚਾਹੀਦਾ, ਖਟਾਸ ਵਾਲੀ ਚੀਜ਼ਾਂ ਤੇ ਜਿਹੜੀ ਕਟੂ ਜਿਹੜੀਆਂ ਚੀਜ਼ਾਂ ਜਿਹਦਾ ਕਟੂ ਫਲੇਵਰ ਹੁੰਦਾ ਉਹ ਚੀਜ਼ਾਂ ਨਹੀਂ ਲੈਣੀਆਂ ਚਾਹੀਦੀਆਂ। ਉਹਨਾਂ ਨੂੰ ਮਿੱਠਾ ਲੈਣਾ ਚਾਹੀਦਾ ਜਾਂ ਫਿਰ ਪੰਜਨ ਚੀਜ਼ਾਂ ਲੈਣੀਆਂ ਚਾਹੀਦੀਆਂ, ਐਸਟ੍ਰਿੰਜੈਂਟ ਚੀਜ਼ਾਂ ਲੈਣੀਆਂ ਚਾਹੀਦੀਆਂ। ਉਹਦੇ ਨਾਲ ਉਹਨਾਂ ਦਾ ਜਿਹੜਾ ਪਿੱਤ ਦੋਸ਼ ਆ ਉਹ ਬੈਲੈਂਸ ਹੋ ਜਾਂਦਾ। ਇਸ ਤਰ੍ਹਾਂ ਕਫ ਦੋਸ਼ ਨੂੰ ਜੇ ਅਸੀਂ ਬੈਲੈਂਸ ਕਰਨਾ ਤੇ ਕੀ ਲੈਣਾ ਚਾਹੀਦਾ ਸਾਨੂੰ? ਕਫ ਦੋਸ਼ ਵਾਸਤੇ ਜਿਹੜਾ ਮਧੁਰ, ਅਮਲ, ਲਵਣ ਆ, ਯਾਨੀ ਕਿ ਜਿਹੜਾ ਸਵੀਟ, ਸਾਰ, ਸਾਲਟੀ ਚੀਜ਼ਾਂ, ਇਹ ਬਿਲਕੁਲ ਨਹੀਂ ਲੈਣੀਆਂ ਚਾਹੀਦੀਆਂ। ਕਿਉਂਕਿ ਸਵੀਟ ਜਿਹੜਾ ਵਾ ਤੁਸੀਂ ਮਤਲਬ ਜਿਹੜਾ ਅਗਰ ਕਿਸੇ ਦਾ ਅਗਰ ਪਹਿਲਾਂ ਹੀ weight ਵਧਿਆ ਹੋਇਆ, weight gain ਆ, ਤੇ ਆਪਾਂ ਮਨਾ ਕਰਦੇ ਨਾ ਕਿ ਸਾਲਟ ਬੰਦ ਕਰ ਦੇ ਤੇ ਮਿੱਠਾ ਬੰਦ ਕਰ ਦੇ। ਉਹ ਇਸੇ ਕਰਕੇ ਅਸੀਂ ਮਨਾ ਕਰਦੇ ਕਿਉਂਕਿ ਸਵੀਟ, ਸਾਰ, ਸਾਲਟ ਨਾਲ ਸਾਡਾ ਜਿਹੜਾ ਕਫ ਦੋਸ਼ ਆ, ਜਿਹੜਾ ਕਫ ਜਿਹੜਾ ਬਾਡੀ ਚੋਂ ਵੱਧਦਾ ਵਾ ਜੀ। ਤੇ ਇਸੇ ਤਰ੍ਹਾਂ ਵਾਤ, ਪਿੱਤ, ਕਫ ਦੋਸ਼ ਦੀ ਅਸੀਂ ਗੱਲ ਕੀਤੀ, ਸਵਾਦ ਦੀ ਤੁਸੀਂ ਗੱਲ ਕੀਤੀ। ਇਸ ਤਰ੍ਹਾਂ ਮੌਸਮ ਦੀ ਜੇ ਗੱਲ ਕਰੀਏ ਤੇ ਮੌਸਮ ਦਾ ਬਦਲਣਾ ਹੈ ਨਾ, ਪਹਿਲਾਂ ਤਾਂ ਇਹੀ ਜਾਣਾਂਗੇ ਕਿ ਮੌਸਮ ਦੇ ਬਦਲਣ ਦੇ ਨਾਲ ਸਾਡੇ ਵਾਤ, ਪਿੱਤ ਤੇ ਕਫ ਜਿਹੜੇ ਦੋਸ਼ ਆ ਉਹਦੇ ਤੇ ਵੀ ਅਸਰ ਪੈਂਦਾ? ਹਾਂਜੀ, ਬਿਲਕੁਲ ਪੈਂਦਾ। ਆਯੁਰਵੇਦਾ ਦੇ ਵਿੱਚ
6 ਸੀਜ਼ਨ ਹੈਗੇ ਨੇ ਤੇ ਉਹ 6 ਸੀਜ਼ਨ ਜਿਹੜੇ ਦੋਸ਼ਾਂ ਦੇ ਉੱਪਰ ਹੀ ਡਿਪੈਂਡ ਕਰਦਾ। ਕਿਉਂਕਿ ਸੀਜ਼ਨਸ ਜਿਹੜੇ ਆ, ਸੀਜ਼ਨਸ ਦੇ ਵਿੱਚ ਜਿਹੜੇ ਦੋਸ਼ ਆ, ਜਿੱਦਾਂ ਕਿ ਸਾਨੂੰ ਗਰਮੀ ਲੱਗਦੀ ਹੈ, ਸਰਦੀ ਲੱਗਦੀ ਹੈ, ਤੇ ਉਸ ਟਾਈਮ ਦੇ ਸਾਡੇ ਜਿਹੜੇ ਦੋਸ਼ ਆ ਉਹ ਵੀ ਚੇਂਜ ਹੁੰਦੇ ਨੇ। ਜਿੱਦਾਂ ਕਿ ਅਗਰ ਆਪਾਂ ਗੱਲ ਕਰੀਏ ਜਨਵਰੀ ਦੀ ਗੱਲ ਕਰੀਏ, ਜਦੋਂ ਕਿ ਜਿਹੜਾ ਵਿੰਟਰ ਸੀਜ਼ਨ ਜਦੋਂ ਸ਼ੁਰੂ ਹੁੰਦਾ, ਆਪਾਂ ਪਹਿਲੇ ਮਹੀਨੇ ਦੀ ਗੱਲ ਕਰਦੇ ਆ, ਉਸ ਟਾਈਮ ਤੇ ਕੀ ਹੁੰਦਾ ਕਿ ਜਿਹੜਾ ਸਾਡੀ ਬਾਡੀ ਦੇ ਵਿੱਚ ਜਿਹੜਾ ਡਾਈਜੈਸਟਿਵ ਫਾਇਰ ਆ ਉਹ ਬਹੁਤ ਜ਼ਿਆਦਾ ਸਟਰੋਂਗ ਹੋ ਜਾਂਦੀ। ਮਤਲਬ ਸਾਡਾ ਪਿੱਤ ਦੋਸ਼ ਆ ਵਾ ਉਹ ਬਹੁਤ ਜ਼ਿਆਦਾ ਸਟਰੋਂਗ ਹੁੰਦੀ। ਮਤਲਬ ਡਾਈਜੈਸਟਿਵ ਫਾਇਰ ਨੂੰ ਆਪਾਂ ਪਿੱਤ ਦੋਸ਼ ਦੇ ਨਾਲ ਲੈ ਕੇ ਚੱਲਦੇ ਆ, ਠੀਕ ਹੈ। ਜਿਹੜਾ ਸਾਡਾ ਕਫ ਦੋਸ਼ ਆ ਵਾ ਬਾਡੀ ਦਾ, ਉਹ ਨਾ ਸ਼ੁਰੂ ਹੋਣਾ ਸ਼ੁਰੂ ਹੋ ਜਾਂਦਾ। ਕਹਿ ਸਕਦੇ ਕਿ ਇੱਕ ਆਪਣੀ ਸਟਾਰਟਿੰਗ ਦੀ ਸਟੇਜ 'ਚ ਹੁੰਦਾ, ਐਕਿਊਮੂਲੇਸ਼ਨ ਸ਼ੁਰੂ ਹੋ ਜਾਂਦੀ ਉਹਦੀ ਬਾਡੀ ਦੇ ਵਿੱਚ। ਤੇ ਉਸ ਟਾਈਮ ਤੇ ਕੀ ਹੁੰਦਾ ਕਿ ਸਾਡੀ ਡਾਈਜੈਸਟਿਵ ਫਾਇਰ ਇੰਨੀ ਸਟਰੋਂਗ ਹੁੰਦੀ ਕਿ ਅਗਰ ਆਪਾਂ ਕੁਝ ਵੀ ਖਾਵਾਂਗੇ, ਹੈਵੀ ਟੂ ਡਾਈਜੈਸਟ ਚੀਜ਼ਾਂ ਵੀ ਅਗਰ ਆਪਾਂ ਖਾਵਾਂਗੇ, ਸਾਨੂੰ ਡਾਈਜੈਸਟ ਹੋ ਜਾਣਗੀਆਂ। ਜਿੱਦਾਂ ਕਿ ਰਾਜਮਾ ਹੋ ਗਏ, ਉੜਦ ਦੀ ਦਾਲ ਹੋ ਗਈ, ਨੋਰਮਲ ਆਪਾਂ ਖਾਂਦੇ ਆ, ਕਿਸੇ ਹੋਰ ਸੀਜ਼ਨ 'ਚ ਖਾਂਦੇ, ਸਾਨੂੰ ਡਾਈਜੈਸਟ ਨਹੀਂ ਹੁੰਦੀ। ਉੜਦ ਦੀ ਦਾਲ ਆਪਾਂ ਮਨਾ ਕਰਦੇ ਕਿ ਨਹੀਂ ਇਹ ਡਾਈਜੈਸਟ ਨਹੀਂ ਹੋਗੀ, ਨਾ ਬਲੋਟਿੰਗ ਹੋ ਸਕਦੀ ਆ। ਲੇਕਿਨ ਅਗਰ ਉੜਦ ਦੀ ਦਾਲ, ਰਾਜਮਾ, ਕਾਲੇ ਚਨੇ, ਵਾਈਟ ਚਨੇ ਅਗਰ ਉਸ ਟਾਈਮ ਤੇ ਆਪਾਂ ਖਾਵਾਂਗੇ, ਸਾਨੂੰ ਡਾਈਜੈਸਟ ਹੋ ਜਾਂਦੇ ਆ। ਤੁਸੀਂ ਇਹ ਵੀ ਦੇਖਿਆ ਹੋਣਾ ਕਿ ਸਰਦੀਆਂ ਦੇ ਵਿੱਚ ਆਪਾਂ ਅਲਸੀ ਦੀ ਪਿੰਨੀਆਂ ਖਾਂਦੇ ਆ, ਆਪਾਂ ਤਿਲ ਖਾਂਦੇ ਆ, ਠੀਕ ਆ। ਇਹ ਸਾਰੇ ਸਾਨੂੰ ਸਰਦੀਆਂ 'ਚ ਡਾਈਜੈਸਟ ਹੁੰਦੇ ਆ। ਲੇਕਿਨ ਅਗਰ ਤੁਸੀਂ ਕਿਸੇ ਵੀ ਹੋਰ ਸੀਜ਼ਨ 'ਚ ਖਾਓਗੇ ਜਾਂ ਕਿਸੇ ਹੋਰ ਮੰਥ 'ਚ ਖਾਓਗੇ, ਤੁਹਾਨੂੰ ਡਾਈਜੈਸਟ ਨਹੀਂ ਹੋਣਗੇ। ਉਹਦਾ ਰੀਜ਼ਨ ਇਹ ਹੈ ਕਿਉਂਕਿ ਸਾਡੀ ਡਾਈਜੈਸਟਿਵ ਫਾਇਰ ਬਹੁਤ ਸਟਰੋਂਗ ਹੁੰਦੀ ਆ ਇਸ ਟਾਈਮ ਤੇ, ਔਰ ਇਸ ਕਰਕੇ ਸਾਡੀ ਡਾਈਜੈਸ਼ਨ ਜਿਹੜੀ ਆ ਬਹੁਤ ਸਟਰੋਂਗ। ਆਪਾਂ ਕੁਝ ਵੀ ਖਾਂਦੇ ਆ, ਮੈਟਾਬੋਲਾਈਜ਼ ਹੋ ਜਾਂਦਾ, ਐਸਿਮੀਲੇਟ ਹੋ ਜਾਂਦਾ, ਤੇ ਸਾਨੂੰ ਉਹਦੇ ਹੈਲਦੀ ਬੈਨੀਫਿਟਸ ਮਿਲਦੇ ਆ। ਸੋ ਜਿਹੜਾ ਵਿੰਟਰ ਸੀਜ਼ਨ ਹੁੰਦਾ ਉਹਦੇ ਵਿੱਚ ਆਪਾਂ ਜਿੰਨੇ ਵੀ ਡੇਅਰੀ ਪ੍ਰੋਡਕਟਸ ਆ ਜਾਂ ਡੇਅਰੀ ਜਿਹੜਾ ਮਿਲਕ ਆ, ਅਸੀਂ ਉਹ ਵੀ ਲੈ ਸਕਦੇ। ਨੋਰਮਲ 'ਚ ਅਸੀਂ ਮਿਲਕ ਜਿਹੜਾ ਵਾ ਅਗਰ ਅਸੀਂ ਗਰਮੀਆਂ 'ਚ ਲਵਾਂਗੇ ਜਾਂ ਅਸੀਂ ਸਪ੍ਰਿੰਗ ਸੀਜ਼ਨ 'ਚ ਲਵਾਂਗੇ ਤਾਂ ਸਾਨੂੰ ਨੁਕਸਾਨ ਕਰਦਾ। ਬਟ ਇਹ ਸੀਜ਼ਨ 'ਚ ਅਗਰ ਅਸੀਂ ਮਿਲਕ ਵੀ ਲਵਾਂਗੇ, ਸਾਨੂੰ ਨੁਕਸਾਨ ਨਹੀਂ ਕਰਦਾ, ਸਾਨੂੰ ਇਹਦੇ ਫਾਇਦੇ ਹੀ ਹੁੰਦੇ ਆ। ਸੋ ਇਹ ਸੀਜ਼ਨ 'ਚ ਜਿਹੜਾ ਵਿੰਟਰ ਦਾ ਸੀਜ਼ਨ ਆ, ਅਗਰ ਇਹਦੇ ਵਿੱਚ ਹੈਵੀ ਟੂ ਡਾਈਜੈਸਟ ਚੀਜ਼ਾਂ ਵੀ ਅਸੀਂ ਲੈ ਲੈਂਦੇ ਆ, ਜਿੱਦਾਂ ਕਿ ਨੌਨ ਵੈਜ ਆ, ਉਹ ਵੀ ਹੈਵੀ ਟੂ ਡਾਈਜੈਸਟ ਹੁੰਦਾ। ਇਹ ਚੀਜ਼ਾਂ ਸਾਰੀਆਂ ਸਾਨੂੰ ਨੁਕਸਾਨ ਨਹੀਂ ਕਰਦੀਆਂ, ਉਲਟਾ ਇਹਦੇ ਬਹੁਤ ਅੱਛੇ ਬੈਨੀਫਿਟਸ ਹੁੰਦੇ ਆ ਜੀ, ਠੀਕ ਆ। ਉਸ ਤੋਂ ਬਾਅਦ ਅਗਰ ਅਸੀਂ ਸੀਜ਼ਨ ਦੀ ਗੱਲ ਕਰੀਏ, ਸਪ੍ਰਿੰਗ ਸੀਜ਼ਨ ਦੀ ਗੱਲ ਕਰੀਏ, ਜਿਹੜਾ ਕਿ ਮਿਡ ਮਾਰਚ ਤੋਂ ਲੈ ਕੇ ਮਿਡ ਮਈ ਤੱਕ ਹੁੰਦਾ। ਇਹ ਸੀਜ਼ਨ 'ਚ ਕੀ ਹੁੰਦਾ ਕਿ ਜਿਹੜਾ ਕਫ ਦੋਸ਼ ਆ ਨਾ ਉਹ ਐਗਰੀਵੇਟ ਹੋ ਜਾਂਦਾ। ਐਗਰੀਵੇਟ ਦਾ ਮਤਲਬ ਕਿ ਬਾਡੀ 'ਚ ਬਹੁਤ ਜ਼ਿਆਦਾ ਵੱਧ ਜਾਂਦਾ। ਉਸ ਟਾਈਮ ਤੇ ਵੱਧ ਕੇ ਨਾ ਇਹ ਇੱਕ ਲਿਕੁਇਫਾਈ ਹੋਣਾ ਸ਼ੁਰੂ ਹੋ ਜਾਂਦਾ, ਮੈਲਟ ਹੋਣਾ ਸ਼ੁਰੂ ਹੋ ਜਾਂਦਾ। ਤੁਸੀਂ ਅਕਸਰ ਸੁਣਿਆ ਹੋਣਾ ਜਦੋਂ ਵਿੰਟਰ ਸੀਜ਼ਨ ਚੇਂਜ ਹੁੰਦਾ ਨਾ, ਜਦੋਂ ਵਿੰਟਰਸ ਤੋਂ ਸਮਰਸ 'ਚ ਜਾਂਦੇ, ਜਦੋਂ ਸਪ੍ਰਿੰਗ ਸੀਜ਼ਨ ਚੱਲ ਰਿਹਾ ਹੁੰਦਾ, ਉਸ ਟਾਈਮ ਤੇ ਲੋਕਾਂ ਨੂੰ ਬਹੁਤ ਪ੍ਰੋਬਲਮਸ ਆਉਂਦੀਆਂ, ਕੋਲਡ, ਕਫ, ਬਿਲਕੁਲ ਫੀਵਰ ਬਹੁਤ ਜ਼ਿਆਦਾ ਲੋਕਾਂ ਨੂੰ ਹੁੰਦਾ। ਉਹਦਾ ਇਹੀ ਕਾਜ਼ ਆ ਬਿਕਾਜ਼ ਉਦੋਂ ਲੋਕਾਂ ਨੂੰ ਅਵੇਅਰਨੈਸ ਨਹੀਂ ਹੈਗੀ ਕਿ ਕਫ ਦੋਸ਼ ਆ ਬਾਡੀ 'ਚ ਆਲਰੇਡੀ ਐਗਰੀਵੇਟਡ ਆ, ਤੇ ਲੋਕੀ ਹੋਰ ਹੈਵੀ ਟੂ ਡਾਈਜੈਸਟ ਚੀਜ਼ਾਂ ਖਾਂਦੇ ਨੇ, ਤੇ ਇਸ ਕਰਕੇ ਉਹਨਾਂ ਦੀ ਪ੍ਰੋਬਲਮ ਜਿਹੜੀ ਵੱਧ ਜਾਂਦੀ ਆ। ਸੋ ਉਸ ਟਾਈਮ ਤੇ ਥੋੜਾ ਜਿਹਾ ਲਾਈਟ ਖਾਣਾ ਚਾਹੀਦਾ, ਕਿ ਜਿਹੜਾ ਕਿ ਥੋੜਾ ਹੈਵੀ ਤੋਂ ਥੋੜਾ ਜਿਹਾ ਲਾਈਟ ਜਿਹੜਾ ਫੂਡ ਆ ਉਹ ਆਪਾਂ ਨੂੰ ਬਾਡੀ 'ਚ ਇਨਕੋਰਪੋਰੇਟ ਕਰਨਾ ਚਾਹੀਦਾ। ਫਿਰ ਅੱਗੇ ਗਰਮੀ ਦਾ ਸੀਜ਼ਨ ਆਉਂਦਾ, ਜਿਹੜਾ ਕਿ ਜੂਨ ਜੁਲਾਈ ਦਾ ਜਿਹੜਾ ਮਹੀਨਾ ਹੁੰਦਾ ਗਰਮੀ ਦਾ ਸੀਜ਼ਨ। ਉਸ ਟਾਈਮ ਤੇ ਸਾਨੂੰ ਸੈਲਡਸ ਜ਼ਿਆਦਾ ਖਾਣੇ ਚਾਹੀਦੇ, ਹਾਈਡਰੇਟ ਰਹਿਣਾ ਚਾਹੀਦਾ, ਪਾਣੀ ਜ਼ਿਆਦਾ ਪੀਣਾ ਚਾਹੀਦਾ, ਕਿਉਂਕਿ ਉਸ ਟਾਈਮ ਤੇ ਕੀ ਹੁੰਦਾ, ਜਿਹੜਾ ਕਫ ਦੋਸ਼ਾ ਹੁੰਦਾ ਬਿਲਕੁਲ ਖਤਮ ਹੋ ਜਾਂਦਾ, ਤੇ ਜਿਹੜਾ ਵਾਤ ਦੋਸ਼ਾ ਹੁੰਦਾ ਉਹ ਸ਼ੁਰੂ ਹੋ ਜਾਂਦਾ। ਉਹਦਾ ਕਹਿ ਸਕਦੇ ਕਿ ਸਟਾਰਟ ਆਉਂਦਾ ਵਾਤ ਦੋਸ਼ਾ, ਐਕਿਊਮੂਲੇਸ਼ਨ ਸ਼ੁਰੂ ਹੋ ਜਾਂਦੀ ਵਾਤ ਦੋਸ਼ਾ ਦੀ। ਉਸ ਟਾਈਮ ਤੇ ਸਾਨੂੰ ਸੈਲਡਸ ਜ਼ਿਆਦਾ ਖਾਣੇ ਚਾਹੀਦੇ ਆ। ਉਸ ਤੋਂ ਬਾਅਦ ਜਿਹੜਾ ਰੇਨੀ ਸੀਜ਼ਨ ਆਉਂਦਾ, ਰੇਨੀ ਸੀਜ਼ਨ ਦੇ ਵਿੱਚ ਕੀ ਹੁੰਦਾ ਕਿ ਜਿਹੜਾ ਵਾਤ ਦੋਸ਼ਾ ਨਾ ਉਹ ਐਗਰੀਵੇਟ ਹੋ ਜਾਂਦਾ, ਮਤਲਬ ਬਹੁਤ ਜ਼ਿਆਦਾ ਬਾਡੀ ਦੇ ਵਿੱਚ ਵੀ ਵੱਧ ਜਾਂਦਾ, ਤੇ ਆਊਟਸਾਈਡ ਜਿਹੜਾ ਸੀਜ਼ਨ ਆ ਉਹਦੇ 'ਚ ਵੀ ਵਾਤ ਦੋਸ਼ਾ ਬਹੁਤ ਜ਼ਿਆਦਾ ਐਗਰੀਵੇਟ ਹੋ ਜਾਂਦਾ। ਉਸ ਕੇਸ 'ਚ ਸਾਨੂੰ ਕੀ ਕਰਨਾ ਚਾਹੀਦਾ, ਸਾਨੂੰ ਸੈਲਡ ਵਗੈਰਾ ਜਿਹੜੀ ਰੋ ਚੀਜ਼ਾਂ ਅਸੀਂ ਖਾਂਦੇ ਆ ਜਾਂ ਅਸੀਂ ਬਾਹਰੋਂ ਜਿਹੜੇ ਖਾਂਦੇ ਆ ਉਹ ਸਾਨੂੰ ਨਹੀਂ ਖਾਣਾ ਚਾਹੀਦਾ। ਉਸ ਟਾਈਮ ਤੇ ਸਾਨੂੰ ਘਰ ਦਾ ਖਾਣਾ ਤੇ ਕੁੱਕ ਕਰਕੇ ਖਾਣਾ ਚਾਹੀਦਾ। ਬਿਕਾਜ਼ ਤੁਸੀਂ ਅਕਸਰ ਸੁਣਿਆ ਹੋਣਾ ਕਿ ਜਦੋਂ ਰੇਨੀ ਸੀਜ਼ਨ ਹੁੰਦਾ ਨਾ, ਉਦੋਂ ਲੋਕਾਂ ਦਾ ਪੇਟ ਬਹੁਤ ਖਰਾਬ ਹੋ ਜਾਂਦਾ, ਔਰ ਉਹ ਇਹੀ ਰੀਜ਼ਨ ਆ ਕਿਉਂਕਿ ਵਾਤ ਐਗਰੀਵੇਟਡ ਹੁੰਦੀ ਆ, ਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ, ਅਵੇਅਰਨੈਸ ਨਹੀਂ ਹੁੰਦੀ, ਤੇ ਉਹ ਲੋਕਾਂ ਨੂੰ ਪ੍ਰੋਬਲਮ ਆ ਜਾਂਦੀ ਹੈ। ਸੋ ਸਾਨੂੰ ਸੀਜ਼ਨਸ ਦੇ ਹਿਸਾਬ ਨਾਲ ਖਾਣਾ ਚਾਹੀਦਾ। ਔਰ ਅੱਗੇ ਜਿਹੜਾ ਦਸੰਬਰ ਨਵੰਬਰ ਦਾ ਸੀਜ਼ਨ ਹੁੰਦਾ ਉਹ ਫਿਰ ਸੇਮ ਹੀ ਆ ਕਿ ਜਨਵਰੀ ਫੈਬਰਰੀ 'ਚ ਜੋ ਅਸੀਂ ਰੂਲ ਫੋਲੋ ਕਰਦੇ ਆ ਕਿ ਸਾਨੂੰ ਅਸੀਂ ਹੈਵੀ ਟੂ ਡਾਈਜੈਸਟ ਵੀ ਖਾਵਾਂਗੇ, ਸਾਨੂੰ ਡਾਈਜੈਸਟ ਹੋ ਜਾਂਦਾ। ਜਿਸ ਤਰ੍ਹਾਂ ਡਾਕਟਰ ਪੁਨੀਤ ਤੁਸੀਂ ਵਿੱਚ ਗੱਲ ਕਰ ਰਹੇ ਸੀ ਡੇਅਰੀ ਪ੍ਰੋਡਕਟਸ ਦੀ, ਹੈ ਨਾ, ਦੁੱਧ ਜਿਹੜਾ ਤੁਸੀਂ ਕਿਹਾ ਕਿ ਸਰਦੀਆਂ ਦੇ ਮੌਸਮ ਦੇ ਵਿੱਚ ਲੈ ਲੈਣਾ ਚਾਹੀਦਾ ਹੈ ਨਾ। ਇਸ ਤੋਂ ਇਲਾਵਾ ਅਸੀਂ ਦੇਖਿਆ ਕਿ ਜਿੱਦਾਂ ਹੁਣ ਪੁਰਾਣੇ ਟਾਈਮ ਤੋਂ ਚੱਲਿਆ ਆ ਰਿਹਾ ਕਿ ਰਾਤੀ ਦੁੱਧ ਪੀ ਕੇ ਜਿਹੜਾ ਹੈ ਉਹ ਸੋਣਾ, ਹੈ ਨਾ। ਸਰਦੀਆਂ ਦੇ ਵਿੱਚ ਤਾਂ ਤੁਸੀਂ ਕਿਹਾ ਕਿ ਡਾਈਜੈਸਟ ਹੋ ਜਾਂਦਾ ਹੈ, ਪਰ ਜਿਨ੍ਹਾਂ ਨੂੰ ਆਦਤ ਹੈ ਰੋਜ਼ ਰਾਤੀ ਦੁੱਧ ਪੀ ਕੇ ਹੀ ਜਿਵੇਂ ਨੀਂਦ ਆਉਂਦੀ ਹੈ, ਤੇ ਅੱਗੇ ਗਰਮੀ ਦੇ ਮੌਸਮ ਦੇ ਵਿੱਚ ਉਹ ਕਿਸ ਤਰ੍ਹਾਂ ਫਿਰ ਕਰ ਸਕਦੇ ਨੇ? ਹਾਂਜੀ, ਅਗਰ ਕਈਆਂ ਨੂੰ ਆਦਤ ਹੁੰਦੀ ਕਿ ਮਿਲਕ ਲੈਣਾ ਹੁੰਦਾ, ਉਹ ਇਸ ਤਰ੍ਹਾਂ ਕਰ ਸਕਦੇ ਆ ਕਿ ਦੁੱਧ ਵਿੱਚ ਹਲਦੀ ਤੇ ਨਾਲ ਥੋੜੀ ਜਿਹੀ ਕਾਲੀ ਮਿਰਚ ਪਾ ਕੇ ਲੈ ਸਕਦੇ ਆ, ਕਿਉਂਕਿ ਉਹਦੀ ਥੋੜੀ ਜਿਹੀ ਜਿਹੜੀ ਸਵੀਟਨੈਸ ਆ ਨਾ ਉਹਨੂੰ ਘਟਾਉਂਦਾ ਵਾ, ਨਾਲੇ ਉਹਨੂੰ ਥੋੜਾ ਜਿਹਾ ਡਾਈਜੈਸ਼ਨ 'ਚ ਹੈਲਪ ਕਰਦਾ, ਜਿਹੜੀ ਤੁਹਾਡੀ ਗਟ ਨੂੰ ਰਿਲੀਫ ਮਿਲਦਾ ਅਗਰ ਤੁਸੀਂ ਦਾ ਦੁੱਧ ਪੀਓਗੇ।
ਤੇ ਸਰਦੀਆਂ ਦੇ ਵਿੱਚ ਤੁਸੀਂ ਐਜ਼ ਇਟ ਇਜ਼ ਲੈ ਸਕਦੇ ਹੋ, ਚ ਤੁਸੀਂ ਕੁਝ ਨਾ ਵੀ ਪਾਓ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ। ਬਾਕੀ ਨਾਰਮਲ ਚ ਤੁਸੀਂ 골ਡਨ ਮਿਲਕ ਲੈ ਸਕਦੇ ਹੋ, ਜਿਹੜਾ ਕਿ ਆਯੁਰਵੇਦਾ ਸੁਜੈਸਟ ਵੀ ਕਰਦਾ ਕਿ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ 골ਡਨ ਮਿਲਕ ਲੈ ਸਕਦੇ ਹੋ। 골ਡਨ ਮਿਲਕ ਜਿਹਨੂੰ ਹਲਦੀ ਵਾਲਾ ਦੁੱਧ ਜਿਹੜਾ ਹਲਦੀ ਵਾਲਾ ਹੈ ਉਹਨੂੰ 골ਡਨ ਮਿਲਕ ਕਹਿੰਦੇ, ਕਿਉਂਕਿ ਹੈਲਥ ਬੈਨੀਫਿਟਸ ਇਹਦੇ ਬਹੁਤ ਜ਼ਿਆਦਾ ਨੇ। ਗੱਲਬਾਤ ਇਸ ਤਰ੍ਹਾਂ ਕਰਦੇ ਰਵਾਂਗੇ। ਪ੍ਰੋਗਰਾਮ ਚੱਲ ਰਿਹਾ ਹੈ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ ਗੱਲਾਂ ਦੇ ਨਾਲ ਨਾਲ ਦੇਖਦੇ ਤਾਂ ਸੁਣਦੇ ਹਾਂ ਇੱਕ ਖੂਬਸੂਰਤ ਗੀਤ। ਇੱਕ ਵਾਰੀ ਫੇਰ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਉਹਨਾਂ ਦੇ ਆਪਣੇ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ। ਡਾਕਟਰ ਪੁਨੀਤ ਸੈਂਬੀ ਜੀ ਆਯੁਰਵੇਦਾਚਾਰਯ ਸਟੂਡੀਓ ਦੇ ਵਿੱਚ ਮੇਰੇ ਨਾਲ ਨੇ ਤੇ ਲਗਾਤਾਰ ਅਸੀਂ ਜੀਵਨ ਵਿੱਚ ਆਯੁਰਵੇਦਾ ਦੇ ਮਹੱਤਵ ਬਾਰੇ ਗੱਲਬਾਤ ਕਰ ਰਹੇ ਹਾਂ। ਤੇ ਜਿਸ ਤਰ੍ਹਾਂ ਗੀਤ ਤੋਂ ਪਹਿਲਾਂ ਅਸੀਂ ਲਗਾਤਾਰ ਵਾਤ ਪਿੱਤ ਕਫ ਦੋਸ਼ ਬਾਰੇ ਗੱਲਬਾਤ ਕਰ ਰਹੇ ਸੀ, ਮੌਸਮ ਦੇ ਬਦਲਣ ਦੀ ਅਸੀਂ ਗੱਲ ਕਰ ਰਹੇ ਸੀ ਤੇ ਹੁਣ ਗੱਲ ਕਰਾਂਗੇ ਜਿਸ ਤਰ੍ਹਾਂ ਹੁਣ ਮੌਸਮ ਬਦਲ ਰਿਹਾ ਹੈ ਨਾ, ਹੁਣ ਸਰਦੀਆਂ ਦਾ ਮੌਸਮ ਆ ਰਿਹਾ ਤੇ ਖਾਣ ਪੀਣ कैसा होना चाहिए सर्दियों के मौसम तो पहले ये गल असी करांगे ते फिर बाकी ਜਿਹੜੇ ਪ੍ਰੋਬਲਮਸ ਹੁੰਦੀਆਂ ਨੇ ਉਹਦੀ ਗੱਲ ਕਰਾਂਗੇ। ਹਾਂਜੀ, ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਸਰਦੀਆਂ ਦੇ ਵਿੱਚ ਸਾਡੀ ਜਿਹੜੀ ਡਾਈਜੈਸਟਿਵ ਫਾਇਰ ਹੈ, ਸਾਡਾ ਪਿੱਤ ਦੋਸ਼ ਆ ਬਹੁਤ ਜ਼ਿਆਦਾ ਗੁੱਡ ਹੋ ਜਾਂਦਾ, ਮਤਲਬ ਬਹੁਤ ਜ਼ਿਆਦਾ ਸਹੀ ਹੋ ਜਾਂਦਾ, ਡਾਈਜੈਸਟਿਵ ਫਾਇਰ ਬੜੀ ਸਟਰੋਂਗ ਹੋ ਜਾਂਦੀ ਹੈ।
ਸੋ ਸਰਦੀਆਂ ਦੇ ਵਿੱਚ ਅਸੀਂ ਕੁਝ ਵੀ ਖਾਵਾਂਗੇ ਨਾ ਸਾਨੂੰ ਡਾਈਜੈਸਟ ਹੋ ਜਾਏਗਾ। ਹੈਵੀ ਟੂ ਡਾਈਜੈਸਟ ਚੀਜ਼ਾਂ ਵੀ ਜਿਹੜੀਆਂ ਹੁੰਦੀਆਂ ਸਾਨੂੰ ਡਾਈਜੈਸਟ ਹੋ ਜਾਣਗੀਆਂ, ਜਿੱਦਾਂ ਕਿ ਮਿਲਕ ਨਹੀਂ ਡਾਈਜੈਸਟ ਹੁੰਦਾ ਨਾਰਮਲ, ਮਤਲਬ ਪੂਰੇ ਆਪਾਂ ਮੰਥ ਚ ਪੀਵਾਂਗੇ। ਹਾਂ, ਜਿਸ ਆਪਾਂ ਗੱਲ ਕੀਤੀ ਸੀ ਜੀ ਜੀ। ਮਿਲਕ ਵੀ ਸਾਨੂੰ ਡਾਈਜੈਸਟ ਹੋ ਜਾਊਗਾ, ਡੇਅਰੀ ਪ੍ਰੋਡਕਟਸ ਜਿਹੜੇ ਆ ਡਾਈਜੈਸਟ ਹੋ ਜਾਣਗੇ, ਜਿੱਦਾਂ ਕਿ ਅਲਸੀ ਦੀ ਪਿੰਨੀਆਂ ਹੋ ਗਈਆਂ ਜਾਂ ਤਿਲ ਦੀਆਂ ਪਿੰਨੀਆਂ ਹੋ ਗਈਆਂ, ਜੋ ਕੋਈ ਵੀ ਜਿਹੜੀਆਂ ਆਪਾਂ ਪਿੰਨੀਆਂ ਨਾਰਮਲ ਘਰਾਂ 'ਚ ਬਣਾਉਣੀਆਂ ਹੁਣ ਵਿੰਟਰ 'ਚ ਜਿੱਦਾਂ ਬਣਾਉਣੀਆਂ, ਬੇਸਨ ਦੀ ਪਿੰਨੀ ਹੋ ਗਈ, ਇਹ ਸਾਰੀਆਂ ਸਾਨੂੰ ਜਿਹੜੇ ਹੈਵੀ ਟੂ ਡਾਈਜੈਸਟ ਚੀਜ਼ਾਂ ਹੈਗੀਆਂ ਉਹ ਸਾਨੂੰ ਡਾਈਜੈਸਟ ਹੋ ਜਾਂਦੀਆਂ। ਜਿੱਦਾਂ ਘਿਓ ਘਿਓ ਅਸੀਂ ਨਾਰਮਲ ਲੋਕਾਂ ਨੂੰ ਡਾਈਜੈਸਟ ਨਹੀਂ ਹੁੰਦਾ ਕਿਉਂਕਿ ਇੰਨੀ ਜ਼ਿਆਦਾ ਕਿਸੇ ਦੀ ਵੀ ਡਾਈਜੈਸਟਿਵ ਫਾਇਰ ਸਟਰੋਂਗ ਨਹੀਂ ਹੁੰਦੀ, ਘਿਓ ਜਿਹੜਾ ਡਾਈਜੈਸਟ ਨਹੀਂ ਹੁੰਦਾ। ਪਰ ਇਹ ਸੀਜ਼ਨ ਇਦਾਂ ਦਾ ਵਾ ਜਿਹੜਾ ਕਿ ਘਿਓ ਡਾਈਜੈਸਟ ਹੋ ਜਾਂਦਾ ਜੀ, ਸਭ ਨੂੰ ਘਿਓ ਡਾਈਜੈਸਟ ਹੋ ਜਾਂਦਾ, ਜਿੱਦਾਂ ਪਿੰਨੀਆਂ ਖਾਂਦੇ ਲੋਕੀ ਡਾਈਜੈਸਟ ਹੋ ਜਾਂਦੀਆਂ। ਸੋ ਇਸ ਸੀਜ਼ਨ 'ਚ ਕੀ ਹੁੰਦਾ ਕਿ ਜਿੱਦਾਂ ਕਿ ਜਿਹੜੀਆਂ ਆਪਾਂ ਜਿੱਦਾਂ ਸਾਗ ਇੱਕ ਬਹੁਤ ਹੈਵੀ ਮੰਨਿਆ ਗਿਆ, ਸਾਗ ਤੇ ਮੱਕੀ ਦੀ ਰੋਟੀ ਇੱਕ ਬੜਾ ਹੈਵੀ ਕਹਿ ਸਕਦੇ ਮੀਲ ਮੰਨਿਆ ਗਿਆ, ਲੇਕਿਨ ਇਸ ਸੀਜ਼ਨ 'ਚ ਸਾਗ ਵੀ ਡਾਈਜੈਸਟ ਹੋ ਜਾਂਦਾ, ਮੱਕੀ ਦੀ ਰੋਟੀ ਵੀ ਡਾਈਜੈਸਟ ਹੋ ਜਾਂਦੀ। ਅਗਰ ਇਹੀ ਅਸੀਂ ਕਿਸੇ ਹੋਰ ਮਹੀਨੇ 'ਚ ਸਾਗ ਜਾਂ ਮੱਕੀ ਦੀ ਰੋਟੀ ਖਾਂਦੇ ਆ ਤੇ ਸਾਨੂੰ ਡਾਈਜੈਸਟ ਨਹੀਂ ਹੋਗੀ, ਸਾਨੂੰ ਬਲੋਟਿੰਗ ਇਸ਼ੂਜ਼ ਆ ਜਾਣਗੇ ਜਾਂ ਐਸਿਡਿਟੀ ਇਸ਼ੂਜ਼ ਆ ਜਾਣਗੇ। ਪਰ ਇਹ ਮੰਥ ਕਹਿ ਸਕਦੇ ਆ ਜਿਹੜਾ ਇਹ ਟਾਈਮ ਪੀਰੀਅਡ ਇਦਾਂ ਦਾ ਜਿਹੜਾ 4 ਮਹੀਨੇ ਵਿੰਟਰਸ ਦੇ ਹੈਗੇ, ਇਹਦੇ 'ਚ ਕੁਝ ਵੀ ਆਪਾਂ ਹੈਵੀ ਟੂ ਡਾਈਜੈਸਟ ਖਾਵਾਂਗੇ ਡਾਈਜੈਸਟ ਹੋ ਜਾਊਗਾ। ਇਹਦੇ ਵਿੱਚ ਜਿੱਦਾਂ ਕਿ ਰੈੱਡ ਮੀਟ ਹੁੰਦਾ ਜਾਂ ਚਿਕਨ ਹੁੰਦਾ, ਜਿਹੜੀ ਹੈਵੀ ਟੂ ਡਾਈਜੈਸਟ ਚੀਜ਼ਾਂ ਹੁੰਦੀਆਂ, ਜਿਹੜਾ ਮੀਟ ਆ ਜਿਹੜਾ ਬਹੁਤ ਹੈਵੀ ਮੰਨਿਆ ਜਾਂਦਾ, ਇਹ ਵੀ ਡਾਈਜੈਸਟ ਹੋ ਜਾਂਦਾ। ਫਿਰ ਜਿਹੜੇ ਕਿ ਜਿੱਦਾਂ ਕਿ ਪਲਸਿਸ ਹੈਗੇ, ਜਿਹੜੇ ਕਿ ਡਰਾਈ ਫਰੂਟਸ ਹੋ ਗਏ ਜਾਂ ਉੜਦ ਦੀ ਦਾਲ ਹੋ ਗਈ, ਰਾਜਮਾ ਹੋ ਗਏ, ਕਾਲੇ ਚਨੇ ਹੋ ਗਏ, ਵਾਈਟ ਚਨੇ ਹੋ ਗਏ, ਇਹ ਚੀਜ਼ਾਂ ਬਹੁਤ ਹੈਵੀ ਟੂ ਡਾਈਜੈਸਟ ਹੁੰਦੀਆਂ ਜਿਹੜੀਆਂ ਕਿ ਤੁਹਾਡੀ ਬੋਡੀ ਦੇ ਵਿੱਚ ਜਾ ਕੇ ਬਲੋਟਿੰਗ ਇਸ਼ੂਜ਼ ਪੈਦਾ ਕਰਦੇ ਆ, ਤੁਹਾਨੂੰ ਐਸਿਡਿਟੀ ਦਿੰਦੇ ਆ। ਪਰ ਇਹ ਸੀਜ਼ਨ ਇਦਾਂ ਦਾ ਮੰਨਿਆ ਗਿਆ ਕਿ ਇਹਦੇ ਵਿੱਚ ਕਫ ਦੋਸ਼ ਜਿਹੜਾ ਵਾ ਉਹ ਇੰਨਾ ਮਤਲਬ ਐਕਿਊਮੂਲੇਸ਼ਨ ਉਹਦੀ ਸ਼ੁਰੂ ਹੀ ਹੁੰਦੀ ਹੈ, ਇਸ ਕਰਕੇ ਇਸ ਵਿੱਚ ਅਸੀਂ ਸਾਰੀਆਂ ਚੀਜ਼ਾਂ ਇਦਾਂ ਦੀਆਂ ਹੈਵੀ ਟੂ ਡਾਈਜੈਸਟ ਚੀਜ਼ਾਂ ਖਾ ਸਕਦੇ ਹਾਂ ਜੀ। ਇਸ ਦੇ ਨਾਲ ਹੀ ਸਰਦੀਆਂ ਦੇ ਮੌਸਮ ਦੇ ਵਿੱਚ ਕਈ ਜਿਹੜੀ ਆਮ ਸਮੱਸਿਆਵਾਂ ਨੇ ਉਹ ਲਗਭਗ ਸਭ ਨੂੰ ਕਦੀ ਨਾ ਕਦੀ ਜ਼ਰੂਰ ਹੁੰਦੀਆਂ ਨੇ। ਖਾਂਸੀ ਹੋ ਗਈ, ਜ਼ੁਕਾਮ ਹੋ ਗਿਆ, ਨੱਕ ਦਾ ਬੰਦ ਹੈ, ਗਲਾ ਖਰਾਬ ਹੈ, ਤੇ ਜਦੋਂ ਇਸ ਤਰ੍ਹਾਂ ਦੀ ਪ੍ਰੋਬਲਮਸ ਆਣ ਸਰਦੀਆਂ ਦੇ ਵਿੱਚ ਤੇ ਕੀ ਅਸੀਂ ਘਰੇਲੂ ਉਪਚਾਰ ਕਰ ਸਕਦੇ ਹਾਂ, ਕਿੱਦਾਂ ਅਸੀਂ ਠੀਕ ਹੋ ਸਕਦੇ ਹਾਂ? ਜੀ ਬਿਲਕੁਲ, ਮੈਂ ਤੇ ਆਪਣੇ ਜਿਹੜੇ ਕਲਾਇੰਟਸ ਵੀ ਆਉਂਦੇ ਆ ਜਾਂ ਫਿਰ ਜਿਹੜੇ ਮੇਰੇ ਨਾਲ ਕਨੈਕਟਡ ਹੈਗੇ, ਮੈਂ ਉਹਨਾਂ ਨੂੰ ਪਹਿਲਾਂ ਇਹੀ ਕਹਿੰਦੀ ਆ ਕਿ ਤੁਸੀਂ ਪਹਿਲਾਂ ਆਪਣੀ ਕਿਚਨ 'ਚ ਜਾ ਕੇ ਕਿਚਨ ਦੀ ਹਰਬਸ ਨਾਲ ਤੁਸੀਂ ਆਪਣੇ ਆਪ ਨੂੰ ਟ੍ਰੀਟ ਕਰ ਸਕਦੇ ਹੋ। ਜਿੱਦਾਂ ਕੋਲਡ ਕਫ ਫੀਵਰ ਆ, ਇਹ ਜਦੋਂ ਐਂਸ਼ੀਐਂਟ ਟਾਈਮ ਦੇ ਵਿੱਚ ਜਦੋਂ ਅਸੀਂ ਸਾਡੀ ਦਾਦੀ ਨਾਨੀ ਦਾ ਟਾਈਮ ਸੀਗਾ, ਉਸ ਟਾਈਮ ਤੇ ਡਾਕਟਰਸ ਕੋ ਬਹੁਤ ਲੋਕੀ ਘੱਟ ਜਾਂਦੇ ਸੀਗੇ, ਆਪਣੀ ਕਿਚਨ ਦੇ ਵਿੱਚ ਜਾ ਕੇ ਹੀ ਉਹਦਾ ਟ੍ਰੀਟਮੈਂਟ ਹੋ ਜਾਂਦਾ ਸੀਗਾ। ਸੋ ਅੱਜ ਦੀ ਡੇਟ 'ਚ ਵੀ ਅਸੀਂ ਆਪਣੀ ਕਿਚਨ 'ਚ ਜਿਹੜੇ ਕਾੜੇ ਆ, ਜਿਹੜੇ ਕਿ ਕੋਵਿਡ ਨੇ ਸਾਨੂੰ ਸਿਖਾਏ ਆ ਕਿ ਕੋਵਿਡ ਦੇ ਟਾਈਮ ਤੇ ਲੋਕਾਂ ਨੇ ਬਹੁਤ ਕਾੜਿਆਂ ਦਾ ਇਸਤੇਮਾਲ ਬਹੁਤ ਕੀਤਾ, ਜਿਨ੍ਹਾਂ ਨੂੰ ਥੋੜੀ ਛੋਟੀ ਮੋਟੀ ਪ੍ਰੋਬਲਮ ਸੀ ਕੋਵਿਡ ਦੇ ਵਿੱਚ, ਉਹਨਾਂ ਨੇ ਕਾੜਿਆਂ ਦੇ ਨਾਲ ਹੀ ਆਪਣੀ ਪ੍ਰੋਬਲਮ ਨੂੰ ਸਬਸਾਈਡ ਕੀਤਾ, ਠੀਕ ਆ। ਤੇ ਹੁਣ ਵੀ ਅਸੀਂ ਆਪਣੀ ਕਿਚਨ ਦੇ ਵਿੱਚ ਜਿਹੜਾ ਕੋਲਡ ਕਫ ਦੀ ਪ੍ਰੋਬਲਮ ਹੈਗੀ, ਆਪਣੀ ਕਿਚਨ ਦੇ ਹਰਬਸ ਨਾਲ ਕਾੜੇ ਬਣਾ ਕੇ ਵੀ ਅਸੀਂ ਲੈ ਸਕਦੇ ਹਾਂ। ਇੱਕ ਜਿੱਦਾਂ ਕਾੜਾ ਹੈਗਾ ਕਿ ਆਪਾਂ ਥੋੜਾ ਜਿਹਾ ਪਾਣੀ ਵਿੱਚ ਤੁਲਸੀ, ਸੁੰਡ, ਕਾਲੀ ਮਿਰਚ ਨੂੰ ਬੋਇਲ ਕਰਨਾ, ਤੇ ਪਾਣੀ ਜਦੋਂ ਠੰਡਾ ਹੋ ਜਾਊਗਾ ਉਹਦੇ ਵਿੱਚ ਥੋੜਾ ਜਿਹਾ 1 ਚਮਚ ਆਪਾਂ ਹਨੀ ਪਾਣਾ, ਠੀਕ ਆ। ਹੁਣ ਜਿਹੜਾ ਹਨੀ ਆ ਉਹ ਅਸੀਂ ਗਰਮ ਪਾਣੀ ਦੇ ਵਿੱਚ ਨਹੀਂ ਪਾਣਾ ਹੈਗਾ, ਉਹ ਅਸੀਂ ਠੰਡੇ ਪਾਣੀ 'ਚ ਪਾਣਾ। ਉਹਦਾ ਰੀਜ਼ਨ ਇਹ ਆ ਕਿਉਂਕਿ ਹਨੀ ਦੇ ਵਿੱਚ ਇੱਕ ਇੰਜ਼ਾਈਮ ਹੁੰਦਾ ਇਨਵਰਟੇਜ਼, ਉਹ ਜਦੋਂ ਅਸੀਂ ਗਰਮ ਦੇ ਨਾਲ ਉਹਨੂੰ ਕੰਬਾਈਨ ਕਰਦੇ ਹਾਂ, ਉਹ ਇੰਜ਼ਾਈਮ ਜਿਹੜਾ ਡੈਡ ਹੋ ਜਾਂਦਾ ਤੇ ਉਹ ਇੱਕ ਡਰਿੰਕ ਟੌਕਸਿਕ ਬਣ ਜਾਂਦਾ। ਇਸ ਕਰਕੇ ਜਦੋਂ ਵੀ ਅਸੀਂ ਇਹ ਕਾੜਾ ਬਣਾਉਣਾ, ਅਸੀਂ ਪਹਿਲਾਂ ਪਾਣੀ ਨੂੰ ਠੰਡਾ ਕਰਕੇ ਉਹਦੇ ਵਿੱਚ ਹਨੀ ਪਾ ਕੇ, ਅਗਰ ਅਸੀਂ ਇਹ ਪਾਣੀ 2 ਟਾਈਮ ਬੱਚੇ ਨੂੰ ਜਾਂ ਕੋਈ ਯੰਗ ਆ ਜਾਂ 올ਡ ਏਜ ਕੋਈ ਬਜ਼ੁਰਗ ਹੈਗਾ ਉਹਨੂੰ ਦਵਾਂਗੇ ਤੇ ਉਹ ਪ੍ਰੋਬਲਮ ਕੋਲਡ ਕਫ ਦੀ ਸਬਸਾਈਡ ਹੋ ਜੂਗੀ। ਜਾਂ ਅਸੀਂ ਥੋੜਾ ਜਿਹਾ ਜਿੰਜਰ ਦਾ ਜਿਹੜਾ ਰਸ ਹੁੰਦਾ, ਅਦਰਕ ਦਾ ਰਸ ਦੇ ਵਿੱਚ ਅਸੀਂ ਇਕੁਅਲ ਚਮਚ ਅਗਰ ਆਪਾਂ ਜਿੰਨਾ ਆਪਾਂ ਅਦਰਕ ਲਿਆ ਓਨਾ ਹੀ ਆਪਾਂ ਸ਼ਹਿਦ ਪਾਵਾਂਗੇ, ਇਹ ਦਵਾਂਗੇ, ਇਹਦੇ ਨਾਲ ਵੀ ਪ੍ਰੋਬਲਮ ਜਿਹੜੀ ਸਬਸਾਈਡ ਹੋ ਜਾਂਦੀ ਹਾਂਜੀ। ਹੋਰ ਸਾਡੀ ਕਿਚਨ ਦੇ ਵਿੱਚ ਕਾਫੀ ਸਾਰੀ ਹਰਬਸ ਆ, ਜਿੱਦਾਂ ਕਿ ਪਿਪਲੀ ਹੋ ਗਈ, ਜਿੱਦਾਂ ਕਿ ਲਿਕੋਰਿਸ ਹੋ ਗਈ, ਮੁਲੱਠੀ ਹੋ ਗਈ, ਜਿੱਦਾਂ ਕਿ ਦਾਲਚੀਨੀ ਹੋ ਗਈ, ਇਹਨਾਂ ਸਾਰਿਆਂ ਦਾ ਚੂਰਨ ਲੈ ਕੇ ਔਰ ਇਕੁਅਲ ਅਮਾਉਂਟ ਆਫ ਹਨੀ ਦੇ ਨਾਲ ਮਿਕਸ ਕਰਕੇ ਅਗਰ ਅਸੀਂ ਲਵਾਂਗੇ ਤੇ ਪ੍ਰੋਬਲਮ ਕੋਲਡ ਕਫ ਦੀ ਸਬਸਾਈਡ ਹੋ ਜਾਂਦੀ, ਕਾਫੀ ਹੱਦ ਤੱਕ ਸਬਸਾਈਡ ਹੋ ਜਾਂਦੀ ਹੈ। ਤੇ ਕੀ ਹਰ ਜਿਹੜਾ ਆਯੂ ਵਰਗ ਲਈ ਇਹ ਜਿਹੜੀ ਤੁਸੀਂ ਦੱਸ ਰਹੇ ਹੋ ਰੈਮੇਡੀਜ਼, ਇਹ ਹਰ ਕੋਈ ਕਰ ਸਕਦਾ? ਜਿਵੇਂ ਕਈਆਂ ਨੂੰ ਅਦਰਕ ਨਹੀਂ ਸਿਖਾਉਂਦਾ, ਕਈ ਕਹਿੰਦੇ ਕਿ ਅਸੀਂ ਸ਼ਹਿਦ ਖਾਂਦੇ ਆ ਤੇ ਸਾਨੂੰ ਠੀਕ ਨਹੀਂ ਲੱਗਦਾ, ਸਾਨੂੰ ਆਪਣੇ ਆਪ ਦੇ ਵਿੱਚ ਚੰਗਾ ਨਹੀਂ ਲੱਗਦਾ, ਕਿ ਹਰ ਇੱਕ ਲਈ ਇਹ ਚੀਜ਼ਾਂ ਠੀਕ ਨੇ? ਜੀ ਬਿਲਕੁਲ, ਸਾਰੇ ਲੈ ਸਕਦੇ ਆ। ਅਗਰ ਕਿਸੇ ਨੂੰ ਅਦਰਕ ਨਹੀਂ ਪਸੰਦ ਹੈਗਾ, ਉਹ ਦਾਲਚੀਨੀ ਲੈ ਸਕਦਾ, ਦਾਲਚੀਨੀ ਦੇ ਵਿੱਚ ਸ਼ਹਿਦ ਪਾ ਸਕਦਾ। ਅਗਰ ਕਿਸੇ ਨੂੰ ਦਾਲਚੀਨੀ ਦਾ ਟੇਸਟ ਨਹੀਂ ਅੱਛਾ ਲੱਗਦਾ, ਪਿਪਲੀ 'ਚ ਲੈ ਸਕਦਾ। ਲਿਕੋਰਿਸ ਦੀ ਜਿਹੜੀ ਮੁਲੱਠੀ ਹੁੰਦੀ ਹੈ ਉਹਨੂੰ ਤਾਂ ਕਿਸੇ ਨਾਲ ਮਿਕਸ ਕਰਨ ਦੀ ਵੀ ਲੋੜ ਨਹੀਂ ਹੁੰਦੀ, ਉਹਨੂੰ ਤੁਸੀਂ ਐਜ਼ ਇਟ ਇਜ਼ ਥੋੜੀ ਜਿਹੀ ਉਹਦੀ ਛਾਲ ਜਿਹੜੀ ਹੁੰਦੀ ਸਟਾਕ ਨੂੰ ਤੋੜ ਕੇ ਆਪਣੇ ਮੂੰਹ 'ਚ ਰੱਖ ਸਕਦੇ ਹੋ ਤੇ ਉਹ ਤੁਹਾਨੂੰ ਉਹਦੀ ਪ੍ਰੋਬਲਮ ਸਬਸਾਈਡ ਹੋ ਜਾਊਗੀ। ਹਰ ਏਜ ਵਾਲਾ ਬੰਦਾ ਇਹ ਲੈ ਸਕਦਾ, ਕਿਉਂਕਿ ਆਯੁਰਵੇਦਾ ਦਾ ਇਹੀ ਤੇ ਇਹਦਾ ਬੈਨੀਫਿਟ ਹੈ। ਇਹਦੇ ਵਿੱਚ ਇਦਾਂ ਨਹੀਂ ਹੈਗਾ ਕਿ ਅਗਰ ਮੈਡੀਸਿਨ ਕੋਈ ਮਤਲਬ ਮੈਡੀਸਿਨ ਦਾ ਕੋਈ ਨੁਕਸਾਨ ਨਹੀਂ ਹੈਗਾ, ਬੇਸਿਕਲੀ ਨੁਕਸਾਨ ਕੋਈ ਨਹੀਂ ਕਰਦੀ ਹੈਗੀ ਹੈ ਜੀ। ਤੇ ਇਸ ਤਰ੍ਹਾਂ ਬਜ਼ੁਰਗਾਂ ਦੀ ਜੇ ਮੈਂ ਗੱਲ ਕਰਾਂ ਤੇ ਸਰਦੀਆਂ ਜਿਵੇਂ ਹੁਣ ਆ ਰਹੀਆਂ ਨੇ ਤੇ ਸਰਦੀਆਂ ਜਿਸ ਤਰ੍ਹਾਂ ਆਉਂਦੀਆਂ ਨੇ ਤੇ ਜੋੜ ਦੁਖਣ ਲੱਗ ਜਾਂਦੇ ਨੇ, ਹੈਨਾ, ਜੋੜ ਦੁਖਦੇ ਨੇ, ਜਾਂ ਫਿਰ ਕਈ ਵਾਰੀ ਜਿਸ ਤਰ੍ਹਾਂ ਸੈਰ ਵਗੈਰਾ ਕਰਨ ਦੇ ਵਿੱਚ ਵੀ ਦਿੱਕਤ ਆਉਂਦੀ ਹੈ, ਤੇ ਬਜ਼ੁਰਗਾਂ ਲਈ ਖਾਸ ਆਯੁਰਵੇਦਾ ਕੀ ਕਹਿੰਦਾ ਹੈ ਕਿ ਕਿਸ ਤਰ੍ਹਾਂ
ਨਾਲ ਇਹ ਜਿਹੜੀ ਤਕਲੀਫ ਹੈ ਉਹਨੂੰ ਦੂਰ ਕੀਤਾ ਜਾ ਸਕਦਾ? ਹਾਂਜੀ, ਬਜ਼ੁਰਗਾਂ ਵਾਸਤੇ ਇੱਕ ਰਸਾਇਣ ਆਂਦਾ, ਇੱਕ ਤੇ ਅਸ਼ਵਗੰਧਾ, ਇਹ ਜ਼ਰੂਰ ਲੈਣਾ ਚਾਹੀਦਾ ਸਰਦੀਆਂ ਦੇ ਵਿੱਚ, ਕਿਉਂਕਿ ਜਿੰਨੀਆਂ ਵੀ ਉਹਨਾਂ ਦੀ ਪ੍ਰੋਬਲਮ ਹੈਗੀਆਂ ਵਾ, ਜਿਹੜੀ ਜੁਆਇੰਟ ਪੇਨ ਆ ਉਹ ਵੀ ਅਸ਼ਵਗੰਧਾ ਰਿਲੀਫ ਕਰਦੀ ਆ। ਫਿਰ ਜਿਹੜੇ ਜਿੱਦਾਂ ਬਜ਼ੁਰਗ ਚ 올ਡ ਏਜ ਚ ਜਾ ਕੇ ਥੋੜਾ ਜਿਹਾ ਤੁਸੀਂ ਦੇਖਿਆ ਹੋਣਾ ਕਿ ਥੋੜਾ ਜਿਹਾ ਸਟ੍ਰੈਸ ਲੈਵਲ ਵੱਧ ਜਾਂਦੇ ਆ, ਠੀਕ ਆ, ਉਹ ਸਟ੍ਰੈਸ ਲੈਵਲ ਵੀ ਅਸ਼ਵਗੰਧਾ ਜਿਹੜਾ ਵਾ ਉਹਨੂੰ ਲੋਅਰ ਡਾਊਨ ਕਰਦਾ, ਕੋਰਟੀਸੋਲ ਹਾਰਮੋਨ ਨੂੰ ਲੋਅਰ ਕਰਦਾ। ਇਸ ਕਰਕੇ ਅਸ਼ਵਗੰਧਾ ਇੱਕ ਨਿਆਮਤ ਆ, ਅਗਰ ਜਿਹੜੇ 올ਡ ਏਜ ਜਿਹੜੇ ਬਜ਼ੁਰਗ ਹੈਗੇ ਵਿੰਟਰਸ ਦੇ ਵਿੱਚ ਉਹਨਾਂ ਨੂੰ ਜ਼ਰੂਰ ਲੈਣਾ ਚਾਹੀਦਾ, ਕਿਉਂਕਿ ਅਸ਼ਵਗੰਧਾ ਦੀ ਤਸੀਰ ਥੋੜੀ ਗਰਮ, ਆਪਾਂ ਸਮਰਸ ਨੂੰ ਰეკਮੈਂਡ ਨਹੀਂ ਕਰਦੇ, ਇਸ ਕਰਕੇ ਵਿੰਟਰਸ ਚ ਅਸ਼ਵਗੰਧਾ ਬਜ਼ੁਰਗਾਂ ਨੂੰ ਜ਼ਰੂਰ ਲੈਣਾ ਚਾਹੀਦਾ। ਜੀ, ਵਿੰਟਰਸ ਦੇ ਵਿੱਚ ਜਿਹੜਾ ਹੈ ਅਸ਼ਵਗੰਧਾ ਉਹ ਬਜ਼ੁਰਗਾਂ ਨੂੰ ਜ਼ਰੂਰ ਲੈਣਾ ਚਾਹੀਦਾ। ਤੇ ਜੇ ਬੱਚਿਆਂ ਦੀ ਗੱਲ ਕਰੀਏ, ਕਿਉਂਕਿ ਜਿਸ ਤਰ੍ਹਾਂ ਇਹ ਸਰਦੀਆਂ ਆਉਂਦੀਆਂ, ਅਸੀਂ ਬਜ਼ੁਰਗਾਂ ਦੀ ਗੱਲ ਕੀਤੀ, ਤੇ ਛੋਟੇ ਬੱਚਿਆਂ ਨੂੰ ਵੀ ਬਹੁਤ ਸਾਰੀਆਂ ਤਕਲੀਫ ਹੋ ਜਾਂਦੀਆਂ ਤੇ ਕਈ ਵਾਰੀ ਬੱਚੇ ਦੱਸ ਵੀ ਨਹੀਂ ਪਾਉਂਦੇ। ਤੇ ਕੀ ਇਹ ਜਿਹੜੇ ਘਰੇਲੂ ਉਪਚਾਰ ਹੈ ਉਹਨਾਂ ਤੇ ਵੀ ਅਸੀਂ ਕਰ ਸਕਦੇ ਹਾਂ, ਤੇ ਹੋਰ ਕੀ ਕੀ ਘਰੇਲੂ ਜਿਹੜੇ ਸਾਡੇ ਰਸੋਈ ਘਰ ਦੇ ਵਿੱਚ ਚੀਜ਼ਾਂ ਉਹ ਬੱਚਿਆਂ ਲਈ ਖਾਸ ਤੌਰ ਤੇ ਅਸੀਂ ਇਸਤੇਮਾਲ ਕਰ ਸਕਦੇ ਹਾਂ? ਬਿਲਕੁਲ, ਜਿਹੜੀਆਂ ਮੈਂ ਤੁਹਾਨੂੰ ਰੈਮੇਡੀਜ਼ ਪਹਿਲਾਂ ਦੱਸੀਆਂ ਉਹ ਅਸੀਂ ਬੱਚਿਆਂ ਲਈ ਵੀ ਇਸਤੇਮਾਲ ਕਰ ਸਕਦੇ, ਜਿੱਦਾਂ ਕਿ ਪਿਪਲੀ ਅਸੀਂ ਦੇ ਸਕਦੇ, ਲਿਕੋਰਿਸ ਦੇ ਸਕਦੇ ਹਾਂ, ਜਿੰਜਰ ਦੇ ਸਕਦੇ ਹਾਂ, ਠੀਕ ਹੈ, ਸ਼ਹਿਦ ਵਿੱਚ ਪਾ ਕੇ। ਅਗਰ ਬੱਚੇ ਨੂੰ ਕਿਸੇ ਚੀਜ਼ ਦਾ ਟੇਸਟ ਨਹੀਂ ਪਸੰਦ ਆ ਰਿਹਾ ਤਾਂ ਤੁਸੀਂ ਅਜਵਾਇਨ ਦਾ ਸਿਰਫ ਸਿੰਪਲ ਪਾਣੀ ਉਹਨੂੰ ਬੋਇਲ ਕਰਕੇ ਇਦਾਂ ਦੇ ਸਕਦੇ ਹੋ, ਠੀਕ ਹੈ। ਬੱਚਿਆਂ ਦੇ ਵਿੱਚ ਇੱਕ ਨਿਆਮਤ ਆਉਂਦਾ ਚਵਨਪ੍ਰਾਸ਼, ਜਿਹੜਾ ਕਿ ਮੈਨੂੰ ਲੱਗਦਾ ਕਿ ਇੱਕ ਰਸਾਇਣ ਵੀ ਹੈਗਾ ਜਿਹੜਾ ਕਿ ਬੱਚਿਆਂ ਦੀ ਇਮਿਊਨਿਟੀ ਨੂੰ ਵੀ ਬੂਸਟ ਅਪ ਕਰਦਾ। ਬੱਚਿਆਂ ਨੂੰ ਜਦੋਂ ਸਰਦੀਆਂ ਸਟਾਰਟ ਹੁੰਦੀਆਂ ਤਾਂ ਜ਼ਰੂਰ ਐਡ ਆਨ ਕਰਨਾ ਚਾਹੀਦਾ, ਉਹਨਾਂ ਦੀ ਡਾਈਟ ਵਿੱਚ ਲਿਆ ਕੇ ਆਉਣਾ ਚਾਹੀਦਾ, ਕਿਉਂਕਿ ਉਹਦੇ ਵਿੱਚ ਵਿਟਾਮਿਨ ਸੀ ਬਹੁਤ ਜ਼ਿਆਦਾ ਹੁੰਦਾ, ਤੇ ਜਿਹੜੀ ਵਿਟਾਮਿਨ ਸੀ ਆ ਉਹ ਬੋਡੀ ਦੇ ਵਿੱਚ ਜਿਹੜੇ ਫ੍ਰੀ ਰੈਡੀਕਲਸ ਆ ਉਹਨੂੰ ਰਿਮੂਵ ਕਰਦਾ। ਇਸ ਕਰਕੇ ਜਦੋਂ ਸਰਦੀਆਂ ਆਉਂਦੀਆਂ ਬੱਚਿਆਂ ਦੀ ਡਾਈਟ 'ਚ ਚਵਨਪ੍ਰਾਸ਼ ਜ਼ਰੂਰ ਲੈ ਕੇ ਆਉਣਾ ਚਾਹੀਦਾ, ਉਹਦੇ ਨਾਲ ਜਿਹੜੀ ਵੀ ਪ੍ਰੋਬਲਮ ਆ ਇਦਾਂ ਦੀ ਕੋਈ ਆਊਗੀ ਨਹੀਂ, ਕੋਲਡ ਕਫ ਦੀ ਪ੍ਰੋਬਲਮ ਉਹਨਾਂ ਨੂੰ ਆਊਗੀ ਨਹੀਂ। ਜੀ ਜੀ। ਤੇ ਵਿਰੁੱਧ ਆਹਾਰ ਦੀ ਡਾਕਟਰ ਸਾਹਿਬ ਮੈਂ ਇੱਥੇ ਜ਼ਰੂਰ ਗੱਲ ਕਰਾਂਗੀ ਕਿ ਸਭ ਤੋਂ ਪਹਿਲਾਂ ਇਹ ਜਾਣਾਂਗੇ ਕਿ ਵਿਰੁੱਧ ਆਹਾਰ ਕੀ, ਆਯੁਰਵੇਦਾ ਕੀ ਕਹਿੰਦਾ ਇਸ ਬਾਰੇ? ਹਾਂਜੀ, ਆਯੁਰਵੇਦਾ ਬਹੁਤ ਜ਼ਿਆਦਾ ਬਿਲੀਵ ਕਰਦਾ ਕਿ ਵਿਰੁੱਧ ਆਹਾਰ ਜਿਹੜਾ ਹੁੰਦਾ ਉਹਦੇ ਬੇਸਿਸ ਤੇ ਤੁਹਾਨੂੰ ਖਾਣਾ ਚਾਹੀਦਾ, ਕਿਉਂਕਿ ਦੋ ਫੂਡ ਜਿਹੜੇ ਆ ਅਗਰ ਅਸੀਂ ਖਾ ਰਹੇ ਆ ਉਹਨਾਂ ਦੀ ਰਸ ਵੀਰਿਆ ਵਿਪਾਕ ਸੇਮ ਹੋਣਾ ਚਾਹੀਦਾ। ਅਗਰ ਅਸੀਂ ਰਸ ਵੀਰਿਆ ਵਿਪਾਕ ਦੇ ਆਪੋਜ਼ਿਟ ਕੋਈ ਵੀ ਫੂਡ ਖਾਂਦੇ ਆ ਤੇ ਉਹਦਾ ਸਾਨੂੰ ਬੋਡੀ ਨੂੰ ਕੋਈ ਵੀ ਫਾਇਦੇ ਨਹੀਂ ਹੁੰਦੇ, ਉਲਟੇ ਉਹਦੇ ਨੁਕਸਾਨ ਹੀ ਹੁੰਦੇ, ਬੋਡੀ ਦੇ ਵਿੱਚ ਬਹੁਤ ਜ਼ਿਆਦਾ ਟੌਕਸਿਸਿਟੀ ਪੈਦਾ ਹੋ ਜਾਂਦੀ ਹੈ। ਹੁਣ ਰਸ ਵੀਰਿਆ ਵਿਪਾਕ ਹੁੰਦਾ ਕਿ ਪਹਿਲਾਂ ਮੈਂ ਤੁਹਾਨੂੰ ਇਹ ਦੱਸਦੀ ਹਾਂ, ਜਦੋਂ ਵੀ ਕੋਈ ਵੀ ਆਪਾਂ ਫੂਡ ਖਾਂਦੇ ਆ ਉਹਦੇ ਵਿੱਚ ਜਿਹੜਾ ਜਦੋਂ ਅਸੀਂ ਟੇਸਟ ਜਿਹੜਾ ਵੀ ਸਾਨੂੰ ਆਉਂਦਾ ਉਹਦਾ ਰਸ ਹੁੰਦਾ, ਵੀਰਿਆ ਹੁੰਦਾ ਕਿ ਉਹ ਫੂਡ ਦੀ ਪੋਟੈਂਸੀ ਕੀ ਆ, ਫੂਡ ਹੌਟ ਆ ਕਿ ਕੋਲਡ ਆ, ਪੋਟੈਂਸੀ ਕੀ ਆ। ਤੇ ਵਿਪਾਕ ਹੁੰਦਾ ਕਿ ਜਦੋਂ ਅਸੀਂ ਕੋਈ ਵੀ ਖਾਣਾ ਖਾਂਦੇ ਆ ਤੇ ਉਹਦਾ ਸਾਨੂੰ ਬੋਡੀ ਦੀ ਜਦੋਂ ਮੈਟਾਬੋਲਾਈਜ਼ ਹੋ ਜਾਂਦਾ, ਜਦੋਂ ਅਸਿਮੀਲੇਟ ਹੋ ਜਾਂਦਾ, ਆਫਟਰ ਇਫੈਕਟ ਕੀ ਦਿੰਦਾ ਬੋਡੀ ਦੇ ਵਿੱਚ ਜਾ ਕੇ, ਆਫਟਰ ਇਫੈਕਟ ਉਹਦੇ ਕੀ ਆ, ਉਹਦਾ ਵਿਪਾਕ ਆ। ਹੁਣ ਅਸੀਂ ਗੱਲ ਕਰਦੇ ਜਿੱਦਾਂ ਕਿ ਮਿਲਕ ਆ, ਮਿਲਕ ਦੇ ਵਿੱਚ ਤੁਸੀਂ ਦੇਖਿਆ ਹੋਣਾ ਅੱਜ ਕੱਲ ਇੰਸਟਾਗ੍ਰਾਮ ਤੇ ਵੀ ਬੜਾ ਫੇਮਸ ਆ ਕਿ ਲੋਕੀ ਬਲੌਗਰ ਜਿਹੜੇ ਹੈਗੇ ਆ ਉਹ ਮਿਲਕ ਦੇ ਵਿੱਚ ਸਟ੍ਰਾਬੇਰੀਜ਼ ਪਾ ਕੇ ਦੇ ਰਹੇ ਆ, ਮਿਲਕ ਵਿੱਚ ਮੈਂਗੋ ਸ਼ੇਕ ਦੇ ਰਹੇ ਆ, ਬਨਾਨਾ ਸ਼ੇਕ ਦੇ ਰਹੇ ਆ, ਪਪਾਇਆ ਸ਼ੇਕ ਦੇ ਰਹੇ ਆ, ਬਹੁਤ ਜ਼ਿਆਦਾ ਕਾਮਨ ਆ। ਪਰ ਮਿਲਕ ਦੇ ਵਿੱਚ ਕੋਈ ਵੀ ਆਪਾਂ ਜਦੋਂ ਫਰੂਟ ਮਿਕਸ ਕਰਦੇ ਆ ਤੇ ਉਹ ਬਿਲਕੁਲ ਇਨਕੰਪੈਟੀਬਲ ਆ, ਵਿਰੁੱਧ ਆਹਾਰ ਆ। ਮਿਲਕ ਨੂੰ ਤੁਸੀਂ ਐਜ਼ ਇਟ ਇਜ਼ ਲੈ ਸਕਦੇ ਹੋ, ਮਿਲਕ ਦੇ ਵਿੱਚ ਤੁਸੀਂ ਹਲਦੀ ਪਾ ਕੇ ਲੈ ਸਕਦੇ ਹੋ, ਤੁਸੀਂ ਦਾਲਚੀਨੀ ਪਾ ਕੇ ਲੈ ਸਕਦੇ ਹੋ, ਪਰ ਤੁਸੀਂ ਮਿਲਕ ਨੂੰ ਤੁਸੀਂ ਕਿਸੇ ਫਰੂਟ ਨਾਲ ਮਿਕਸ ਨਹੀਂ ਕਰ ਸਕਦੇ। ਪਰ ਅੱਜ ਕੱਲ ਬਹੁਤ ਕਾਮਨ ਆ, ਸਰਦੀਆਂ ਦੇ ਵਿੱਚ, ਗਰਮੀਆਂ ਦੇ ਵਿੱਚ ਤੇ ਮੈਂ ਦੇਖਿਆ ਮੈਂਗੋ ਸ਼ੇਕ ਵਗੈਰਾ ਬਹੁਤ ਕਾਮਨ ਆ, ਸਾਰੇ ਬੱਚੇ ਵੀ ਪੀਂਦੇ ਆ, ਬਨਾਨਾ ਸ਼ੇਕ ਬਹੁਤ ਕਾਮਨ ਆ, ਕਿਉਂਕਿ ਹੁੰਦਾ ਕੀ ਹੈ ਕਿ ਮਿਲਕ ਦੀ ਜਿਹੜੀ ਰਸ ਹੈਗਾ ਨਾ ਉਹ ਸਵੀਟ ਆ, ਇਹਦਾ ਵੀਰਿਆ ਜਿਹੜਾ ਵਾ ਉਹ ਕੋਲਡ ਆ, ਤੇ ਵਿਪਾਕ ਇਹਦਾ ਹੈਗਾ ਸਵੀਟ, ਇਹਨੇ ਤੁਹਾਨੂੰ ਦੇਣਾ ਆਫਟਰ ਇਫੈਕਟ ਦਾ ਸਵੀਟ ਆ। ਹੁਣ ਅਸੀਂ ਅਗਰ ਮੈਂਗੋ ਲੈਂਦੇ ਵੇ ਆ, ਮੈਂਗੋ ਦਾ ਜਿਹੜਾ ਰਸ ਆ ਉਹ ਸਵੀਟ ਆ, ਇਹਦਾ ਜਿਹੜਾ ਵੀਰਿਆ ਵਾ ਉਹ ਇਹਨੇ ਤੁਹਾਨੂੰ ਹੌਟ ਦੇਣਾ, ਜਿਹੜਾ ਦਾ ਵਿਪਾਕ ਆ ਮੈਂਗੋ ਦਾ ਇਹ ਕਟੂ ਆ। ਜਦੋਂ ਇਹਨੇ ਡਾਈਜੈਸਟ ਹੋ ਜਾਣਾ ਨਾ, ਦੋਵਾਂ ਦੇ ਜਿਹੜੇ ਵਿਪਾਕ ਦੋਵਾਂ ਦੇ ਡਿਫਰੈਂਟ ਆ, ਇਸ ਕਰਕੇ ਬਾਡੀ ਦੇ ਵਿੱਚ ਜਾ ਕੇ ਤੁਹਾਨੂੰ ਬਲੋਟਿੰਗ ਇਸ਼ੂਜ਼ ਦੇਣਗੇ, ਤੁਹਾਨੂੰ ਐਸਿਡਿਟੀ ਇਸ਼ੂਜ਼ ਦੇਣਗੇ, ਜਾਂ ਤੁਹਾਨੂੰ ਈਵਨ ਡਾਇਰੀਆ ਵੀ ਹੋ ਸਕਦਾ। ਇਸ ਕਰਕੇ ਜਿਹੜਾ ਮਿਲਕ ਦੇ ਵਿੱਚ ਅਸੀਂ ਕੋਈ ਵੀ ਫਰੂਟ ਮਿਕਸ ਕਰਨਾ ਬਹੁਤ ਜ਼ਿਆਦਾ ਇਨਕੰਪੈਟੀਬਲ ਹੈ, ਕਦੀ ਵੀ ਨਹੀਂ ਲੈਣਾ ਚਾਹੀਦਾ। ਹਾਂਜੀ, ਮਿਲਕ ਵਿੱਚ ਤੁਸੀਂ ਕੋਈ ਗ੍ਰੇਨ ਮਿਕਸ ਕਰ ਸਕਦੇ ਹੋ, ਗ੍ਰੇਨ ਦਾ ਮਤਲਬ ਕਿ ਚਾਵਲ ਮਿਕਸ ਕਰ ਸਕਦੇ ਹੋ, ਤੁਸੀਂ ਦਲੀਆ ਮਿਕਸ ਕਰਕੇ ਖਾ ਸਕਦੇ ਹੋ, ਪਰ ਮਿਲਕ ਦੇ ਵਿੱਚ ਤੁਸੀਂ ਕਦੀ ਵੀ ਫਰੂਟ ਨਹੀਂ ਮਿਕਸ ਕਰਨਾ, ਠੀਕ ਹੈ। ਨੰਬਰ 2 ਜਿਹੜਾ ਕਰਡ ਆ, ਦਹੀਂ ਆ, ਦਹੀਂ ਨੂੰ ਤੁਸੀਂ ਐਜ਼ ਇਟ ਇਜ਼ ਖਾ ਸਕਦੇ ਹੋ, ਤੁਸੀਂ ਕਾਲੀ ਮਿਰਚ ਪਾ ਕੇ ਖਾ ਸਕਦੇ ਹੋ, ਠੀਕ ਆ, ਲੇਕਿਨ ਅਗਰ ਤੁਸੀਂ ਦਹੀਂ ਨੂੰ ਕਿਸੇ ਦਾਲ ਨਾਲ ਮਿਕਸ ਕਰਦੇ ਹੋ ਤੇ ਬਿਲਕੁਲ ਗਲਤ ਆ। ਦਹੀਂ ਨੂੰ ਤੁਸੀਂ ਚਾਵਲ ਦੇ ਨਾਲ ਮਿਕਸ ਕਰਕੇ ਖਾ ਸਕਦੇ ਹੋ, ਪਰ ਦਹੀਂ ਨੂੰ ਅਗਰ ਤੁਸੀਂ ਖਿਚੜੀ ਨਾਲ ਮਿਕਸ ਕਰਦੇ ਹੋ, ਜਿਹੜਾ ਕਿ ਇੱਕ ਨਾਰਮਲ ਚੀਜ਼ ਹੈ, ਲੋਕੀ ਬਹੁਤ ਖਾਂਦੇ ਆ, ਲੋਕੀ ਬਹੁਤ ਖਾਂਦੇ ਆ, ਕਿਉਂਕਿ ਆਪਣੇ ਨਾਰਥ ਇੰਡੀਆ 'ਚ ਅਗਰ ਕਿਸੇ ਨੂੰ ਡਾਇਰੀਆ ਵਾ ਜਾਂ ਕਿਸੇ ਦਾ ਪੇਟ ਖਰਾਬ ਆ ਤੇ ਆਪਾਂ ਇਹੀ ਰਿਕਮੈਂਡ ਕਰਦੇ ਖਿਚੜੀ ਨਾਲ ਤੂੰ ਦਹੀਂ ਖਾ ਲਾ, ਪਰ ਜਦੋਂ ਅਸੀਂ ਖਿਚੜੀ ਦੇ ਵਿੱਚ ਜਿਹੜੀ ਦਾਲ ਹੁੰਦੀ ਹੈ ਤੇ ਦਹੀਂ ਦਾ ਜਦੋਂ ਕੰਬੀਨੇਸ਼ਨ ਹੋ ਜਾਂਦਾ ਉਹ ਇੱਕਦਮ ਬਿਲਕੁਲ ਇਨਕੰਪੈਟੀਬਲ ਆ, ਵਿਰੁੱਧ ਆਹਾਰ ਆ, ਉਹ ਆਪਾਂ ਨਹੀਂ ਲੈਣਾ ਚਾਹੀਦਾ ਜੀ। ਫਿਰ ਆਪਾਂ ਇਦਾਂ ਗੱਲ ਕਰੀ, ਜਦੋਂ ਆਪਾਂ ਰੋਟੀ ਖਾ ਰਹੇ ਆ, ਅਸੀਂ ਕੀ ਕਰਦੇ ਆ, ਰੋਟੀ ਰੱਖੀ, ਸਬਜ਼ੀ ਰੱਖੀ, ਦਾਲ ਰੱਖੀ, ਨਾਲ ਕਰਡ ਰੱਖ ਲੈਂਦੇ ਆ। ਰੋਟੀ ਸਬਜ਼ੀ ਦਹੀਂ ਠੀਕ ਆ, ਲੇਕਿਨ ਜਦੋਂ ਆਪਾਂ ਦਾਲ ਨਾਲ ਰੱਖ ਲੈਂਦੇ ਤੇ ਨਾਲ ਆਪਾਂ ਕਰਡ ਵੀ ਖਾ ਰਹੇ ਆ, ਉਹ ਇੱਕ ਵਿਰੁੱਧ ਆਹਾਰ ਬਣ ਜਾਂਦਾ, ਇੱਕ ਰੋਂਗ ਕੰਬੀਨੇਸ਼ਨ, ਆਪਾਂ ਨੂੰ ਨਹੀਂ ਲੈਣਾ ਚਾਹੀਦਾ, ਠੀਕ ਆ। ਫਿਰ ਆਪਾਂ ਅਗਰ ਗੱਲ ਕਰੀਏ ਕਿ ਜਦੋਂ ਅਸੀਂ ਸੈਲਡ ਕੱਟਦੇ ਆ, ਸੈਲਡ ਦੇ ਉੱਪਰ ਆਪਾਂ ਹਰ ਕੋਈ ਲੈਮਨ ਨੂੰ ਸਕਵੀਜ਼ ਕਰਦੇ ਆ,
ਠੀਕ ਆ, ਲੈਮਨ ਨੂੰ ਦਾ ਉਹਦਾ ਹੁੰਦਾ ਕਿ ਨਹੀਂ ਜੀ ਉਹਦੇ ਉੱਤੇ ਨਿੰਬੂ ਤੇ ਪਾਣੀ ਸਭ ਤੋਂ ਆਮ ਚੀਜ਼ ਘਰ ਦੀ ਗੱਲ ਆ, ਬਟ ਉਹ ਸਭ ਤੋਂ ਜ਼ਿਆਦਾ ਇਨਕੰਪੈਟੀਬਲ ਆ। ਉਹ ਆਯੁਰਵੇਦਾ ਕਹਿੰਦਾ ਕਿ ਉਹਦੇ ਨਾਲ ਤੁਹਾਨੂੰ ਇੰਨੀ ਜ਼ਿਆਦਾ ਬਲੋਟਿੰਗ ਇਸ਼ੂਜ਼ ਹੋਣਗੀਆਂ, ਐਸਿਡਿਟੀ ਇਸ਼ੂਜ਼ ਹੋ ਸਕਦੀਆਂ, ਮਤਲਬ ਉਹਦੀ ਤੁਹਾਨੂੰ ਕੋਈ ਵੀ ਫਾਇਦਾ ਨਹੀਂ ਆ। ਉਹ ਜਿਹੜਾ ਸੈਲਡ ਤੁਸੀਂ ਖਾ ਰਹੇ ਹੋ ਉਹਦਾ ਤੁਹਾਨੂੰ ਕੋਈ ਵੀ ਫਾਇਦਾ ਨਹੀਂ ਮਿਲ ਰਿਹਾ। ਇਸ ਕਰਕੇ ਇਦਾਂ ਕਾਫੀ ਛੋਟੇ ਵਿਰੁੱਧ ਆਹਾਰ ਮਤਲਬ ਇਨਕੰਪੈਟੀਬਿਲਿਟੀ ਹੈਗੇ ਆਯੁਰਵੇਦਾ ਵਿੱਚ, ਜਿਹੜੀ ਕਿ ਨਹੀਂ ਕਰਨੀਆਂ ਚਾਹੀਦੀਆਂ। ਇੱਕ ਜਿਹੜੀ ਨਾਰਮਲ ਇਨਕੰਪੈਟੀਬਲ ਫੂਡ ਹੈ ਜਿਹੜਾ ਆਪਾਂ ਡੇਲੀ ਬੇਸਿਸ ਤੇ ਮਾਰਨਿੰਗ ਉੱਠ ਕੇ ਸਾਰੇ ਕਰਦੇ ਆ, ਚਾਹ, ਜਿਹੜੀ ਆਪਾਂ ਚਾਹ ਪੀਂਦੇ ਆ, ਉਹ ਬਹੁਤ ਨੁਕਸਾਨ ਕਰਦੀ, ਕਿਉਂਕਿ ਜਦੋਂ ਚਾਹ ਦਾ ਜਿਹੜੇ ਟੈਨਿਨ ਆ ਜਦੋਂ ਦੁੱਧ ਦੇ ਨਾਲ ਮਿਕਸ ਹੁੰਦੇ ਆ ਤੇ ਉਹ ਬਿਲਕੁਲ ਟੌਕਸਿਸਿਟੀ ਪੈਦਾ ਕਰਦੀ, ਬਲੋਟਿੰਗ ਪੈਦਾ ਕਰਦੀ ਆ, ਐਸਿਡਿਟੀ ਹੋ ਜਾਂਦੀ ਆ। ਕਿਉਂਕਿ ਨਾਰਮਲੀ ਲੋਕਾਂ ਨੂੰ ਪਤਾ ਵਾ, ਤੁਸੀਂ ਕਦੀ ਸੁਣਿਆ ਵੀ ਹੋਊਗਾ, ਲੋਕੀ ਕਹਿਣਗੇ ਚਾਹ ਮੈਂ ਪੀਣਾ ਵਾ ਮੈਨੂੰ ਐਸਿਡਿਟੀ ਹੋ ਜਾਂਦੀ ਆ, ਕਿ ਚਾਹ ਮੈਨੂੰ ਸੂਟ ਨਹੀਂ ਕਰਦੀ, ਪਰ ਉਹਦਾ ਰੀਜ਼ਨ ਕੀ ਆ ਪਿੱਛੇ, ਉਹ ਇਹ ਆ ਕਿਉਂਕਿ ਬਿਲਕੁਲ ਜਦੋਂ ਦੁੱਧ ਤੇ ਟੈਨਿਨ ਜਿਹੜੇ ਆ ਮਿਕਸ ਹੋ ਜਾਂਦੇ ਆ ਤੇ ਉਹ ਇਨਕੰਪੈਟੀਬਿਲਿਟੀ ਪੈਦਾ ਕਰ ਦਿੰਦੀ ਆ। ਜੀ, ਮਤਲਬ ਜਿਹੜਾ ਰੋਜ਼ ਸਵੇਰੇ ਇੱਕ ਅਸੀਂ ਰੂਟੀਨ ਬਣਾਇਆ ਹੈ ਚਾਹ ਪੀਣ ਦਾ, ਉਹਦੇ ਨਾਲ ਸਾਨੂੰ ਕਾਫੀ ਜ਼ਿਆਦਾ ਜਿਹੜੇ ਨੁਕਸਾਨ ਹੈ ਉਹ ਹੋ ਜਾਂਦੇ ਆ। ਤੇ ਇਸ ਤੋਂ ਇਲਾਵਾ ਜੇ ਖਾਣ ਪੀਣ ਦੀ ਗੱਲ ਕਰੀਏ ਤੇ ਆਯੁਰਵੇਦਾ ਦਿਨਚਰਿਆ ਬਾਰੇ ਕੀ ਕਹਿੰਦਾ ਹੈ ਕਿ ਪੂਰੇ ਦਿਨ ਦੇ ਵਿੱਚ ਸਾਡੇ ਜਿਹੜੇ ਖਾਣ ਪੀਣ ਹੈ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਸਾਡਾ ਦਿਨ ਦੇ ਵਿੱਚ ਜਿੱਦਾਂ ਕਿ 3 ਮੀਲਸ ਹੁੰਦੀਆਂ, ਜਿੱਦਾਂ ਕਿ ਬ੍ਰੇਕਫਾਸਟ, ਲੰਚ, ਡਿਨਰ ਆ, ਠੀਕ ਆ। ਇਹਦੇ ਵਿੱਚ ਇੱਕ ਬੜਾ ਸਭ ਦਾ ਇੱਕ ਕੁਐਸਚਨ ਹੁੰਦਾ ਕਿ ਸਾਨੂੰ ਬ੍ਰੇਕਫਾਸਟ ਹੈਵੀ ਲੈਣਾ ਚਾਹੀਦਾ ਕਿ ਸਾਨੂੰ ਲੰਚ ਹੈਵੀ ਲੈਣਾ ਚਾਹੀਦਾ, ਕਿਉਂਕਿ ਕਈ ਜਿੱਦਾਂ ਡਾਈਟੀਸ਼ੀਅਨਸ ਹੋ ਗਏ ਜਾਂ ਨਿਊਟ੍ਰੀਸ਼ਨਿਸਟ ਹੋ ਗਏ, ਕਈ ਕਹਿੰਦੇ ਕਿ ਸਾਨੂੰ ਬ੍ਰੇਕਫਾਸਟ ਬਹੁਤ ਹੈਵੀ ਲੈਣਾ ਚਾਹੀਦਾ, ਲੰਚ ਡਿਨਰ ਸਾਡਾ ਆਮ ਤੌਰ ਤੇ ਇਹੀ ਚੀਜ਼ ਆ। ਪਰ ਇਦਾਂ ਨਹੀਂ ਆ, ਆਯੁਰਵੇਦਾ ਕਹਿੰਦਾ ਕਿ ਤੁਹਾਡਾ ਜਿਹੜਾ ਲੰਚ ਆ ਉਹ ਬਹੁਤ ਹੈਵੀ ਹੋਣਾ ਚਾਹੀਦਾ। ਲੰਚ ਤੁਹਾਨੂੰ ਮਤਲਬ ਖਾਣਾ ਚਾਹੀਦਾ, ਰਾਜਿਆਂ ਵਾਂਗੂ ਖਾਣਾ ਚਾਹੀਦਾ। ਤੁਹਾਡਾ ਬ੍ਰੇਕਫਾਸਟ ਲੰਚ ਤੋਂ ਥੋੜਾ ਲਾਈਟ ਹੋਣਾ ਚਾਹੀਦਾ। ਅੱਛਾ, ਤੇ ਜਿਹੜਾ ਤੁਹਾਡਾ ਡਿਨਰ ਆ ਉਹ ਬਿਲਕੁਲ ਲਾਈਟੈਸਟ ਮੀਲ ਹੋਣਾ ਚਾਹੀਦਾ। ਉਹਦਾ ਵੀ ਰੀਜ਼ਨ ਕੀ ਆ ਮੈਂ ਤੁਹਾਨੂੰ ਦੱਸਦੀ ਆ, ਕਿਉਂਕਿ ਜਦੋਂ ਬ੍ਰੇਕਫਾਸਟ ਦਾ ਟਾਈਮ ਹੁੰਦਾ ਨਾਰਮਲੀ ਅਸੀਂ 9 ਵਜੇ, 9:30 ਵਜੇ ਜਾਂ 9 ਵਜੇ ਤੋਂ 8:30 ਵਜੇ ਅਸੀਂ ਬ੍ਰੇਕਫਾਸਟ ਕਰਦੇ ਹਾਂ, ਠੀਕ ਆ। ਜਿਹੜਾ 8 ਤੋਂ 12 ਦਾ ਟਾਈਮਿੰਗ ਹੁੰਦਾ ਨਾ, ਉਹ ਸਾਡਾ ਕਫਾ ਦਾ ਟਾਈਮਿੰਗ ਹੁੰਦਾ। ਉਸ ਟਾਈਮ ਤੇ ਸਾਡੀ ਬਾਡੀ ਦੇ ਵਿੱਚ ਜਿਹੜਾ ਕਫ ਆ ਉਹ ਹੁੰਦਾ, ਕਿਉਂਕਿ ਤੁਸੀਂ ਇਹ ਨੋਟਿਸ ਵੀ ਆਪਣੇ ਆਪ ਨਾਲ ਵੀ ਤੁਸੀਂ ਇੰਪਲੀਮੈਂਟ ਕਰ ਸਕਦੇ ਹੋ। ਜਦੋਂ ਅਸੀਂ ਮਾਰਨਿੰਗ ਉੱਠਦੇ ਆ ਸਾਨੂੰ ਥੋੜਾ ਜਿਹਾ ਗਲੇ ਵਿੱਚ ਰੇਸ਼ਾ ਬਣਿਆ ਹੁੰਦਾ, ਠੀਕ ਆ। ਉਹ ਕਿਉਂ ਬਣਿਆ ਹੁੰਦਾ? ਕਿਉਂਕਿ ਉਹ ਟਾਈਮ ਕਫ ਦਾ ਟਾਈਮ ਹੁੰਦਾ। ਅਸੀਂ ਮਾਰਨਿੰਗ ਉੱਠਦੇ ਹਾਂ, ਸਾਡੇ ਕਫਾ ਦਾ ਟਾਈਮਿੰਗ ਆ, ਤਾਂ ਇਸ ਕਰਕੇ ਸਾਨੂੰ ਉਸ ਟਾਈਮ ਤੇ ਸਾਨੂੰ ਬ੍ਰੇਕਫਾਸਟ ਥੋੜਾ ਜਿਹਾ ਲਾਈਟ ਲੈਣਾ ਚਾਹੀਦਾ। ਜਿਹੜਾ ਟਾਈਮ 12 ਤੋਂ 4 ਦਾ ਟਾਈਮ ਹੁੰਦਾ ਉਹ ਪਿੱਤਾ ਦਾ ਟਾਈਮ ਹੁੰਦਾ। ਜਿਹੜਾ ਪਿੱਤਾ ਦੋਸ਼ਾ ਹੁੰਦਾ ਨਾ, ਉਹ ਸਾਡੀ ਡਾਈਜੈਸਟਿਵ ਫਾਇਰ ਨੂੰ ਬਹੁਤ ਸਟਰੋਂਗ ਕਰ ਦਿੰਦਾ। ਇਸ ਕਰਕੇ ਜਿਹੜਾ 12 ਤੋਂ 4 ਦਾ ਟਾਈਮ ਆ ਉਹ ਤੁਹਾਡਾ ਲੰਚ ਦਾ ਟਾਈਮ ਆ। ਉਹਦੇ ਦੌਰਾਨ ਤੁਸੀਂ 2 ਵਜੇ ਜਿਹੜਾ ਪੀਕ ਟਾਈਮ ਆ, ਜਦੋਂ ਸਨ ਜਦੋਂ ਪੀਕ ਤੇ ਹੁੰਦਾ, ਉਸ ਟਾਈਮ ਤੇ ਤੁਸੀਂ ਅਗਰ ਲੰਚ ਕਰੋਗੇ, ਤੁਸੀਂ ਕੁਝ ਵੀ ਖਾਓਗੇ ਤੁਹਾਨੂੰ ਡਾਈਜੈਸਟ ਹੋ ਜਾਊਗਾ ਜੀ। ਪਰ ਅਗਰ ਤੁਸੀਂ ਬਹੁਤ ਹੈਵੀ ਮੀਲ ਵੀ ਲਓਗੇ ਤੁਹਾਨੂੰ ਡਾਈਜੈਸਟ ਹੋ ਜਾਊਗਾ। ਤੇ ਜਿਹੜਾ ਟਾਈਮਿੰਗ ਹੁੰਦਾ 4 ਤੋਂ ਲੈ ਕੇ ਰਾਤ ਦਾ 8 ਵਜੇ ਤੱਕ, ਉਹ ਤੁਹਾਡਾ ਹੁੰਦਾ ਵਾਤ ਦਾ ਟਾਈਮ। ਉਸ ਟਾਈਮ ਤੇ ਤੁਹਾਨੂੰ ਲਾਈਟ ਮੀਲ ਰੱਖਣਾ ਚਾਹੀਦਾ, ਤੁਹਾਨੂੰ ਸੂਪ ਲੈਣੇ ਚਾਹੀਦੇ ਆ, ਜਾਂ ਤੁਹਾਨੂੰ ਸੋਟੇ ਵੈਜ ਲੈਣੇ ਚਾਹੀਦੇ ਆ, ਜਾਂ ਤੁਹਾਨੂੰ ਬਲਾਂਚ ਵੈਜੀਟੇਬਲਸ ਲੈਣੇ ਚਾਹੀਦੇ, ਕਿਉਂਕਿ ਉਸ ਟਾਈਮ ਤੇ ਤੁਹਾਡੇ ਅੰਦਰ ਬਲੋਟਿੰਗ ਇੰਨੀ ਜ਼ਿਆਦਾ ਹੋਈ ਹੁੰਦੀ ਆ ਕਿ ਤੁਸੀਂ ਅਗਰ ਕੁਝ ਹੈਵੀ ਚੀਜ਼ ਲੈ ਲੈਂਦੇ ਤੁਹਾਨੂੰ ਡਾਈਜੈਸਟ ਨਹੀਂ ਤੁਸੀਂ ਕਰ ਪਾਓਗੇ ਜੀ। ਇਸ ਕਰਕੇ ਜਿਹੜਾ ਸਾਡਾ ਡੇਲੀ ਦਿਨਚਰਿਆ ਵੀ ਹੈਗੀ ਆ, ਉਹ ਵੀ ਸਾਨੂੰ ਦੋਸ਼ਾਂ ਦੇ ਹਿਸਾਬ ਨਾਲ ਲੈਣੀ ਚਾਹੀਦੀ ਆ। ਜੀ ਬਿਲਕੁਲ ਤੁਸੀਂ ਇਹ ਗੱਲ ਕੀਤੀ ਕਿ ਵਾਕਈ ਘਰ ਦੇ ਵਿੱਚ ਅਸੀਂ ਬਹੁਤ ਛੋਟੀਆਂ ਐਸੀਆਂ ਗਲਤੀਆਂ ਕਰਦੇ ਆ ਜਾਣੇ ਅਣਜਾਣੇ ਦੇ ਵਿੱਚ ਕਿ ਉਹਦਾ ਸਿੱਧੇ ਤੌਰ ਤੇ ਸਿਹਤ ਤੇ ਜਿਹੜਾ ਹੈ ਉਹ ਅਸਰ ਪੈਂਦਾ ਤੇ ਸਾਨੂੰ ਪਤਾ ਨਹੀਂ ਹੁੰਦਾ ਹੈ ਨਾ। ਇਸ ਲਈ ਠੀਕ ਜਾਣਕਾਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਲਗਾਤਾਰ ਖਾਣ ਪੀਣ ਬਾਰੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤੇ ਆਯੁਰਵੇਦਾ ਦੀ ਗੱਲ ਹੋ ਰਹੀ ਹੈ ਤੇ ਅਨੁਪਾਨ ਦੀ ਇੱਥੇ ਗੱਲ ਜ਼ਰੂਰ ਕਰਾਂਗੇ ਕਿ ਅਨੁਪਾਨ ਕੀ ਹੈ ਆਯੁਰਵੇਦਾ ਦੇ ਹਿਸਾਬ ਨਾਲ। ਹਾਂਜੀ, ਆਯੁਰਵੈਦਿਕ ਜਿਹੜੀਆਂ ਮੈਡੀਸਿਨਸ ਹੁੰਦੀਆਂ ਨਾ, ਜੋ ਹਰਬਸ ਹੁੰਦੀਆਂ, ਉਹਨੂੰ ਅਸੀਂ ਇਦਾਂ ਨਹੀਂ ਲੈ ਸਕਦੇ ਜਿੱਦਾਂ ਐਲੋਪੈਥੀ ਮੈਡੀਸਿਨ ਨੂੰ ਅਸੀਂ ਪਾਣੀ ਨਾਲ ਲੈਂਦੇ ਆ, ਠੀਕ ਆ। ਪਾਣੀ ਲੈ ਲਿਆ ਜਾਂ ਦੁੱਧ ਲੈ ਲਿਆ, ਠੀਕ ਹੈ। ਲੇਕਿਨ ਜਿਹੜੇ ਆਯੁਰਵੈਦਿਕ ਮੈਡੀਸਿਨਸ ਆ ਉਹਨਾਂ ਨੂੰ ਲੈਣ ਲਈ ਇੱਕ ਕੋਈ ਹਰਬ ਜਾਂ ਕੋਈ ਕੰਕੋਕਸ਼ਨ ਜਾਂ ਕੋਈ ਡਿਕੋਕਸ਼ਨ ਚਾਹੀਦੀ ਹੁੰਦੀ ਆ, ਤੇ ਉਹ ਤੁਹਾਨੂੰ ਸਹੀ ਉਹਦਾ ਮਤਲਬ ਫਾਇਦਾ ਮਿਲੇਗਾ, ਨਹੀਂ ਤੇ ਉਹ ਨੁਕਸਾਨ ਕਰ ਸਕਦੀ ਆ। ਜਿੱਦਾਂ ਕਿ ਕਾਫੀ ਸਾਰੀ ਜਿਹੜੀ ਆਯੁਰਵੈਦਿਕ ਮੈਡੀਸਿਨ ਆ ਤੁਸੀਂ 40% ਮੈਡੀਸਿਨ ਪਾਣੀ ਨਾਲ ਲੈ ਸਕਦੇ ਹੋ, ਲੇਕਿਨ ਕਾਫੀ ਮੈਡੀਸਿਨਸ ਜਾਂ ਚੂਰਨ ਹੈਗੇ ਆ ਜਾਂ ਕੋਈ ਵਟੀਆਂ ਹੈਗੀਆਂ ਉਹ ਤੁਸੀਂ ਪਾਣੀ ਨਾਲ ਨਹੀਂ, ਉਹਨਾਂ ਦਾ ਕੋਈ ਅਨੁਪਾਨ ਹੁੰਦਾ। ਜਿੱਦਾਂ ਕਿ ਸਿੱਤੋਪਲਾਦੀ ਚੂਰਨ ਆ, ਇਹ ਕੋਲਡ ਕਫ ਲਈ ਦਿੱਤਾ ਜਾਂਦਾ, ਜਾਂ ਜਿਨ੍ਹਾਂ ਨੂੰ ਟਿਊਬਰਕਲੋਸਿਸ ਦੇ ਪੇਸ਼ੈਂਟ ਆ ਉਹਨਾਂ ਨੂੰ ਦਿੱਤਾ ਜਾਂਦਾ। ਸਿੱਤੋਪਲਾਦੀ ਨੂੰ ਜਿੰਨੀ ਤੱਕ ਤੁਸੀਂ ਹਨੀ ਨਾਲ ਨਹੀਂ ਲਓਗੇ, ਹਨੀ ਉਹਦਾ ਅਨੁਪਾਨ ਆ, ਅਗਰ ਤੁਸੀਂ ਹਨੀ ਨਾਲ ਨਹੀਂ ਲਓਗੇ ਉਹ ਤੁਹਾਨੂੰ ਉਹ ਇਫੈਕਟ ਨਹੀਂ ਦੇਊਗਾ ਬੋਡੀ 'ਚ, ਕਿਉਂਕਿ ਉਹ ਤੁਹਾਨੂੰ ਉਹ ਜਗ੍ਹਾ ਤੇ ਲੈ ਕੇ ਨਹੀਂ ਜਾਊਗਾ। ਜਿਹੜਾ ਹਨੀ ਆ ਉਹਦਾ ਇੱਕੋ ਟਰਾਂਸਪੋਰਟ ਕਰੂਗਾ ਸਿੱਤੋਪਲਾਦੀ ਨੂੰ, ਜਿਹੜੀ ਜਗ੍ਹਾ ਤੇ ਉਹਨੇ ਜਾਣਾ ਉਹ ਜਗ੍ਹਾ ਤੇ ਉਹਨੂੰ ਲੈ ਕੇ ਜਾਊਗਾ। ਜਿੱਦਾਂ ਕਿ ਕੰਜੈਸ਼ਨ ਆ, ਉਹਨੇ ਹਨੀ ਉਹਨੂੰ ਬ੍ਰੌਂਕਸ 'ਚ ਲੈ ਕੇ ਜਾਊਗਾ ਤੇ ਉਹ ਤੁਹਾਡੀ ਮਿਊਕਸ ਨੂੰ ਬਾਹਰ ਕੱਢੂਗਾ। ਇਸ ਕਰਕੇ ਆਯੁਰਵੇਦਾ ਵਿੱਚ ਜਿਹੜਾ ਅਨੁਪਾਨ ਆ ਬਹੁਤ ਜ਼ਰੂਰੀ ਹੈਗਾ। ਜਿੱਦਾਂ ਕਿ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਆ, ਕੋਈ ਸਕਿਨ ਦੀ ਮੈਡੀਸਿਨ ਖਾ ਰਿਹਾ ਅਗਰ ਆਯੁਰਵੇਦਾ ਵਿੱਚ, ਉਹਦੇ ਵਾਸਤੇ ਨੀਮ ਦੀ ਡਿਕੋਕਸ਼ਨ ਹੁੰਦੀ। ਤੁਸੀਂ ਨੀਮ ਦਾ ਡਿਕੋਕਸ਼ਨ ਵਾਲਾ ਪਾਣੀ ਹੁੰਦਾ ਇੱਕ ਬਣਦੀ ਆ, ਤੁਸੀਂ ਉਹ ਲਾਓਗੇ ਤੇ ਤੁਹਾਨੂੰ ਉਹਦਾ ਫਾਇਦਾ ਹੋਊਗਾ ਮੈਡੀਸਿਨ ਦਾ। ਅਗਰ ਕਿਸੇ ਨੂੰ ਕੋਈ ਫੀਵਰ ਆ,
ਫੀਵਰ ਦੇ ਵਿੱਚ ਅਗਰ ਗਿਲੋਏ ਦਾ ਨਾਲ ਰਸ ਲਓਗੇ, ਗਿਲੋਏ ਦੀ ਡਿਕੌਕਸ਼ਨ ਲਓਗੇ ਤੇ ਤੁਹਾਨੂੰ ਫਾਇਦਾ ਹੋਊਗਾ। ਇਸ ਕਰਕੇ ਕੋਈ ਵੀ ਆਯੁਰਵੈਦਿਕ ਮੈਡੀਸਿਨ ਹਰਬ ਆ ਉਹ ਤੁਸੀਂ ਅਗਰ ਅਨੁਪਾਨ ਸਹੀ ਅਨੁਪਾਨ ਨਹੀਂ ਲਓਗੇ ਨਾ ਤੁਹਾਨੂੰ ਉਹਦਾ ਰਿਜ਼ਲਟ ਅੱਛੇ ਨਹੀਂ ਮਿਲਣਗੇ। ਅੱਛਾ, ਹਾਂਜੀ, ਮਤਲਬ ਇਹ ਬਹੁਤ ਜ਼ਰੂਰੀ ਹੈ ਜੇ ਅਸੀਂ ਮੈਡੀਸਿਨ ਲੈ ਰਹੇ। ਇਸ ਤਰ੍ਹਾਂ ਰਸਾਇਣ ਦੀ ਜੇ ਗੱਲ ਕਰੀਏ ਤੇ ਰਸਾਇਣ ਕੀ ਹੈ? ਰਸਾਇਣ ਇੱਕ ਆਯੁਰਵੇਦਾ ਦੀ ਬ੍ਰਾਂਚ ਆ, ਜਿੱਦਾਂ ਕਿ ਬ੍ਰਾਂਚਸ ਹੁੰਦੀਆਂ ਨਾ, ਜਿੱਦਾਂ ਕਿ ਮਾਡਰਨ ਸਾਇੰਸ 'ਚ ਵੀ ਕਹਦੇ ਕਿ ਇਹ ਜਨਰਲ ਫਿਜ਼ੀਸ਼ੀਅਨ ਆ, ਇਹ ਸਰਜਨ ਆ, ਇਦਾਂ ਆਯੁਰਵੇਦ ਵਿੱਚ ਵੀ ਬ੍ਰਾਂਚਸ ਆ। ਸ਼ਲਿਆ ਤੰਤਰ ਹੋ ਗਈ, ਸ਼ਲਾਕਿਆ ਹੋ ਗਈ, ਕਾਇਆ ਚਿਕਿਤਸਾ ਹੋ ਗਈ, ਸਾਰੀਆਂ ਕੋਈ ਮੈਡੀਸਿਨ ਦੀ ਬ੍ਰਾਂਚ ਆ। ਜਿਹੜੀ ਰਸਾਇਣ ਆ ਇਹ ਆਯੁਰਵੇਦ ਵਿੱਚ ਜਿਹੜੀ 8 ਬ੍ਰਾਂਚਸ ਆ ਉਹਦੀ ਇੱਕ ਬ੍ਰਾਂਚ ਆ। ਇਹ ਡੀਲ ਕਰਦੀ ਹੈ ਕਿ ਜਿੱਦਾਂ ਕਿ ਲੌਂਗਿਵਿਟੀ ਨੂੰ ਪ੍ਰਮੋਟ ਕਰਦੀ ਆ ਜਾਂ ਰੈਜੂਨੇਟ ਕਰਦੀ ਆ, ਜਿੱਦਾਂ ਕਿ ਕੋਈ ਵੀ ਆਪਾਂ ਹਰਬਸ ਖਾਂਦੇ ਆ ਜਿਹੜੇ ਕਿ ਸਾਡੀ ਬਾਡੀ ਨੂੰ ਉਮਰ ਲੰਬੀ ਵਧਾਉਂਦੀ ਆ, ਜਾਂ ਸਾਡੀ ਸਕਿਨ ਨੂੰ ਰੈਜੂਨੇਟ ਕਰਦੇ ਆ, ਜਾਂ ਜਿਹੜੀ ਏਜਿੰਗ ਹੁੰਦੀ ਆ ਉਹਨੂੰ ਰਿਵਰਸ ਕਰਦੀ ਆ। ਇਹ ਸਾਰੀਆਂ ਹਰਬਸ ਜਿਹੜੀਆਂ ਵਾ ਇਹ ਰਸਾਇਣ ਵਿੱਚ ਆਉਂਦੀਆਂ ਜੀ। ਰਸਾਇਣ ਵਿੱਚ ਆਪਾਂ ਸਾਡੇ ਕਾਫੀ ਸਾਰੀਆਂ ਹਰਬਸ ਆਉਂਦੀਆਂ, ਜਿੱਦਾਂ ਕਿ ਚਵਨ ਪ੍ਰਾਸ਼ਾ ਉਹ ਇੱਕ ਰਸਾਇਣ ਆ, ਅਸ਼ਵਗੰਧਾ ਇੱਕ ਰਸਾਇਣ ਆ, ਬਲਾਤਕ ਰਸ ਜਿਹੜਾ ਵਾ ਉਹ ਇੱਕ ਰਸਾਇਣ ਆ, ਫਿਰ ਗੂਗਲ ਆ ਇੱਕ ਰਸਾਇਣ ਆ। ਇਹ ਸਾਰੀਆਂ ਹਰਬਸ ਜਿਹੜੀਆਂ ਵਾ ਇਹ ਤੁਹਾਡੀ ਏਜਿੰਗ ਨੂੰ ਰਿਵਰਸ ਕਰਦੀਆਂ, ਤੁਹਾਡੀ ਸਕਿਨ ਦੀ ਜਿਹੜਾ ਟੈਕਸਚਰ ਆ ਉਹਨੂੰ ਇੰਪਰੂਵ ਕਰਦੀਆਂ, ਤੁਹਾਡੇ ਸਟ੍ਰੈਸ ਲੈਵਲ ਨੂੰ ਦੂਰ ਕਰਦੀਆਂ, ਤੁਹਾਨੂੰ ਇਮਿਊਨਿਟੀ ਨੂੰ ਬੂਸਟ ਕਰਦੀਆਂ ਤੇ ਤੁਹਾਡੀ ਜਿਹੜੀ ਉਮਰ ਜਿਹੜੀ ਆ ਉਹ ਲੰਬੀ ਕਰਦੀਆਂ। ਜੀ ਜੀ। ਤੇ ਡਾਕਟਰ ਪ੍ਰੀਤ, ਪਾਣੀ ਬਾਰੇ ਜੇ ਮੈਂ ਗੱਲ ਕਰਾਂ ਨਾ, ਪਾਣੀ ਨੂੰ ਲੈ ਕੇ ਵੀ ਅਲੱਗ-ਅਲੱਗ ਲੋਕਾਂ ਦੀ ਸੋਚ ਹੈ। ਕਈ ਕਹਿੰਦੇ ਬਹੁਤ ਜ਼ਿਆਦਾ ਪਾਣੀ ਪੀਣਾ ਚਾਹੀਦਾ, ਕਈ ਲੋਕ ਕਹਿੰਦੇ ਕਿ ਬਹੁਤ ਜ਼ਿਆਦਾ ਪਾਣੀ ਪੀਣ ਨਾਲ ਸਰੀਰਕ ਪ੍ਰੋਬਲਮਸ ਜਿਹੜੀਆਂ ਹੋ ਸਕਦੀਆਂ ਨੇ। ਕੋਈ ਕਹਿੰਦਾ ਖਾਣੇ ਦੇ ਨਾਲ ਪਾਣੀ ਪੀਣਾ ਚਾਹੀਦਾ, ਕੋਈ ਕਹਿੰਦਾ ਵਿੱਚ ਪੀਣਾ ਚਾਹੀਦਾ, ਕੋਈ ਕਹਿੰਦਾ ਪਹਿਲਾਂ ਪੀਣਾ ਚਾਹੀਦਾ। ਤੇ ਅਸਲ ਦੇ ਵਿੱਚ ਆਯੁਰਵੇਦਾ ਕੀ ਕਹਿੰਦਾ ਇਹਦੇ ਬਾਰੇ? ਆਯੁਰਵੇਦਾ ਪਾਣੀ ਦੇ ਨਾਲ ਇਦਾਂ ਦੇਖਦਾ ਕਿ ਪਾਣੀ ਤੁਹਾਨੂੰ ਓਨਾ ਹੀ ਪੀਣਾ ਚਾਹੀਦਾ ਜਿੰਨੀ ਤੁਹਾਨੂੰ ਪਿਆਸ ਹੈਗੀ ਆ, ਕਿਉਂਕਿ ਹਰ ਇੱਕ ਬੋਡੀ ਟਾਈਪ ਅਲੱਗ ਆ, ਹਰ ਇੱਕ ਦੀ ਬੋਡੀ ਜਿਹੜੀ ਕਨਸਟੀਟਿਊਸ਼ਨ ਅਲੱਗ ਆ। ਅਗਰ ਮੈਂ ਵਾਤ ਦੀ ਗੱਲ ਕਰਾਂ, ਜਿਨ੍ਹਾਂ ਨੂੰ ਵਾਤ ਦੋਸ਼ ਆ ਉਹ ਨਾਰਮਲ ਪਾਣੀ ਜਿੱਦਾਂ ਕਹ ਲਓ 1.5 ਲੀਟਰ ਪਾਣੀ ਪੀ ਲੈਣਗੇ ਤਾਂ ਉਹਨਾਂ ਦਾ ਇਨਫ ਆ, ਉਹਨਾਂ ਨੂੰ ਸਹੀ ਹੈ ਇੰਨਾ। ਅਗਰ ਆਪਾਂ ਪਿੱਤ ਦੋਸ਼ ਦੀ ਗੱਲ ਕਰੀਏ, ਜਿਨ੍ਹਾਂ 'ਚ ਐਸਿਡਿਟੀ ਇਸ਼ੂਜ਼ ਰਹਿੰਦੇ ਆ ਜਾਂ ਜਿਨ੍ਹਾਂ ਨੂੰ ਸਕਿਨ ਦੇ ਡਿਸਆਰਡਰਸ ਆ, ਉਹਨਾਂ ਨੂੰ ਅਗਰ 3 ਤੋਂ 4 ਲੀਟਰ ਵੀ ਪਾਣੀ ਪਿਲਾਓਗੇ ਉਹਨਾਂ ਨੂੰ ਕੋਈ ਹਾਰਮ ਨਹੀਂ ਕਰੂਗਾ, ਨੁਕਸਾਨ ਨਹੀਂ ਕਰੂਗਾ। 3 ਤੋਂ 4 ਲੀਟਰ ਪਾਣੀ ਵੀ ਡਾਈਜੈਸਟ ਕਰ ਪਾਣਗੇ। ਲੇਕਿਨ ਅਗਰ ਮੈਂ ਕਫ ਦੋਸ਼ ਦੀ ਗੱਲ ਕਰਾਂ, ਜਿਨ੍ਹਾਂ ਦਾ weight ਆਲਰੇਡੀ ਵਧਿਆ ਵਾ, ਠੀਕ ਆ, ਅਗਰ ਮੈਂ ਉਹਨਾਂ ਨੂੰ ਕਹਾਂ ਕਿ ਤੁਸੀਂ 3 ਤੋਂ 4 ਲੀਟਰ ਪਾਣੀ ਪੀਣਾ ਹੀ ਪੀਣਾ, ਉਸ ਕੇਸ 'ਚ ਪਾਣੀ ਪਿਲਾਣਾ ਗਲਤ ਹੋ ਸਕਦਾ, ਬਿਕਾਜ਼ ਉਹਨਾਂ ਨੂੰ ਆਲਰੇਡੀ ਬੋਡੀ ਦੇ ਵਿੱਚ ਇੰਨੀ ਰਿਟੈਂਸ਼ਨ ਹੁੰਦੀ ਆ, ਅਸੀਂ ਉੱਤੋਂ ਹੋਰ ਪਾਣੀ ਪਿਲਾ ਰਹੇ ਹਾਂ। ਪਹਿਲਾਂ ਉਹਨਾਂ ਦਾ ਪਾਣੀ ਜਿਹੜਾ ਵਾ ਬੋਡੀ 'ਚ ਨਿਕਲਿਆ ਨਹੀਂ ਹੁੰਦਾ, ਰਿਟੈਂਸ਼ਨ ਬੋਡੀ ਨੇ ਵਾਟਰ ਰਿਟੇਨ ਕੀਤਾ ਹੁੰਦਾ, ਤਾਂ ਅਗਰ ਅਸੀਂ ਉੱਤੇ ਹੋਰ ਪਾਣੀ ਪਿਲਾ ਰਹੇ ਹਾਂ ਤੇ ਉਹ ਬੋਡੀ ਨੂੰ ਨੁਕਸਾਨ ਕਰੂਗਾ, ਕਿਡਨੀਜ਼ ਤੇ ਲੋਡ ਪਾਊਗਾ। ਇਸ ਕਰਕੇ ਪਾਣੀ ਓਨਾ ਪੀਓ ਜਿੰਨਾ ਤੁਹਾਨੂੰ ਪਿਆਸ ਹੈਗੀ ਆ। ਤੇ ਰੋਟੀ ਖਾਣ ਦੇ ਨਾਲ ਪਾਣੀ ਨਹੀਂ ਪੀਣਾ ਚਾਹੀਦਾ, ਉਹ ਤੇ ਆਯੁਰਵੇਦਾ ਸਟ੍ਰਿਕਟਲੀ ਨੋ ਕਹਿੰਦਾ ਕਿ ਪਾਣੀ ਨਹੀਂ ਪੀਣਾ ਚਾਹੀਦਾ। ਰੋਟੀ ਖਾਣ ਤੋਂ 1 ਆਵਰ ਬਾਅਦ ਤੁਸੀਂ ਪਾਣੀ ਮਤਲਬ ਪੀ ਸਕਦੇ ਹੋ, ਤੇ ਰੋਟੀ ਖਾਣ ਤੋਂ 1 ਘੰਟਾ ਪਹਿਲਾਂ ਤੁਸੀਂ ਪਾਣੀ ਪੀ ਸਕਦੇ ਹੋ। ਜੀ ਜੀ ਜੀ। ਤੇ ਡਾਕਟਰ ਸਾਹਿਬ ਹੁਣ ਕੁਝ ਨਾ ਕੁਝ ਟਿਪਸ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿ ਆਯੁਰਵੇਦਾ ਦੇ ਹਿਸਾਬ ਨਾਲ ਕਿਸ ਤਰ੍ਹਾਂ ਉਹ ਆਪਣੇ ਸਰੀਰ ਦੀ ਸੰਭਾਲ ਕਰ ਸਕਦੇ ਨੇ, ਜਾਂ ਕਿਹੜੀ ਪ੍ਰੋਬਲਮ ਹੋਣ ਤੇ ਉਹ ਕੀ ਘਰੇਲੂ ਉਪਚਾਰ ਕਰ ਸਕਦੇ ਨੇ। ਹਾਂਜੀ ਹਾਂਜੀ, ਬਿਲਕੁਲ। ਅਗਰ ਮੈਂ ਦੋਸ਼ਾਂ ਦੇ ਹਿਸਾਬ ਨਾਲ ਗੱਲ ਕਰਾਂ ਕਿ ਜਿਹੜੇ ਵਾਤ ਦੋਸ਼ ਹੁੰਦੇ, ਜਿਨ੍ਹਾਂ ਨੂੰ ਡਰਾਈਨੈਸ ਬਹੁਤ ਰਹਿੰਦੀ ਹੈ ਸਕਿਨ ਦੇ ਵਿੱਚ, ਜਾਂ ਜਿਨ੍ਹਾਂ ਨੂੰ ਚਿੜਚਿੜਾਪਨ ਰਹਿੰਦਾ ਵਾ, ਜਾਂ ਜਿਨ੍ਹਾਂ ਨੂੰ ਬਲੋਟਿੰਗ ਇਸ਼ੂਜ਼ ਬਹੁਤ ਰਹਿੰਦੇ ਆ, ਠੀਕ ਆ, ਜਿਨ੍ਹਾਂ ਨੂੰ ਕਨਸਟੀਪੇਸ਼ਨ ਬਹੁਤ ਰਹਿੰਦੇ ਆ, ਜਿਹੜਾ ਮਿਲਕ ਆ ਉਹਨਾਂ ਨੂੰ ਜ਼ਰੂਰ ਲੈਣਾ ਚਾਹੀਦਾ। ਉਹਨਾਂ ਨੂੰ ਰਾਤ ਨੂੰ 골ਡਨ ਮਿਲਕ ਜਾਣੀ ਕਿ ਹਲਦੀ ਪਾ ਕੇ ਦੁੱਧ ਲੈਣਾ ਹੀ ਚਾਹੀਦਾ। ਅਗਰ ਮੈਂ ਪਿੱਤ ਦੋਸ਼ਾਂ ਦੀ ਗੱਲ ਕਰਾਂ, ਪਿੱਤ ਦੋਸ਼ਾਂ ਵਿੱਚ ਐਸਿਡਿਟੀ ਇਸ਼ੂਜ਼ ਬਹੁਤ ਹੁੰਦੇ ਆ, ਠੀਕ ਆ, ਸਕਿਨ ਦੇ ਡਿਸਆਰਡਰਸ ਬਹੁਤ ਹੁੰਦੇ ਆ, ਐਲਰਜੀਜ਼ ਇਸ਼ੂਜ਼ ਬਹੁਤ ਹੁੰਦੇ ਆ। ਉਸ ਕੇਸ ਵਿੱਚ ਜਿਹੜਾ ਦਹੀਂ ਆ, ਪਿੱਤ ਦੋਸ਼ਾਂ ਵਾਲਿਆਂ ਨੂੰ ਦਹੀਂ ਨਹੀਂ ਲੈਣਾ ਚਾਹੀਦਾ। ਉਹਨਾਂ ਨੂੰ ਨਾ ਲੰਚ ਵਿੱਚ ਨਾ ਡਿਨਰ ਵਿੱਚ ਉਹਨਾਂ ਨੂੰ ਦਹੀਂ ਕਿਸੇ ਫਾਰਮ 'ਚ ਨਹੀਂ ਲੈਣਾ ਚਾਹੀਦਾ। ਹਾਂ, ਅਗਰ ਬਹੁਤਾ ਮਨ ਕਰ ਰਿਹਾ, ਕਈਆਂ ਨੂੰ ਹੁੰਦਾ ਨਾ ਕਿ ਅਸੀਂ ਨਹੀਂ ਰਹਿ ਸਕਦੇ, ਜਾਂ ਅਸੀਂ ਬਚਪਨ ਤੋਂ ਲੈਂਦੇ ਆ ਰਹੇ ਜਾਂ ਕੁਛ ਹੈ ਗੱਲ, ਉਹ ਉਸ ਕੇਸ 'ਚ ਲੱਸੀ ਲੈ ਸਕਦੇ ਆ, ਉਹ 'ਚ ਪਾਣੀ ਪਾ ਕੇ ਉਹਨੂੰ ਚਰਨ ਕਰਕੇ ਲੱਸੀ ਬਣਾ ਕੇ ਲੈ ਸਕਦੇ ਆ। ਜਿਹੜੇ ਕਫ ਦੋਸ਼ ਵਾਲੇ ਹੁੰਦੇ ਆ ਉਹਨਾਂ ਦੀ, ਕਿਉਂਕਿ ਉਹਨਾਂ ਦੀ ਬੋਡੀ 'ਚ ਆਲਰੇਡੀ weight ਇੰਨਾ ਜ਼ਿਆਦਾ ਪੁੱਟ ਔਨ ਹੋਇਆ ਹੁੰਦਾ, ਜਾਂ ਉਹਨਾਂ 'ਚ ਕਫ ਇੰਨਾ ਜ਼ਿਆਦਾ ਆਲਰੇਡੀ ਬੋਡੀ 'ਚ ਬਹੁਤ ਜ਼ਿਆਦਾ ਵਧਿਆ ਹੁੰਦਾ, ਐਗਰੀਵੇਟਡ ਹੁੰਦਾ, ਉਸ ਕੇਸ ਜਿਹੜਾ ਮਿਲਕ ਹੁੰਦਾ ਉਹਨੂੰ ਉਹ ਨਾ ਲੈਣ ਤੇ ਉਹਨਾਂ ਲਈ ਜ਼ਿਆਦਾ ਬੈਨੀਫੀਸ਼ੀਅਲ ਹੁੰਦਾ। ਤੇ ਜਿਹੜੇ ਲੋਕੀ ਡਾਈਟ ਕਰਦੇ ਨਾ, ਉਹਨਾਂ ਲਈ ਵੀ ਮੇਰਾ ਇੱਕ ਮੈਸੇਜ ਹੈਗਾ ਕਿ ਲੋਕੀ ਕੀ ਕਰਦੇ ਆ ਕਿ ਡਾਈਟ ਦੇਖ ਲੈਂਦੇ ਕਿ ਹਾਂ ਸਾਨੂੰ ਗਲੂਟਨ ਫ੍ਰੀ ਆਟਾ ਖਾਣਾ, ਠੀਕ ਆ, ਗਲੂਟਨ ਫ੍ਰੀ ਆਟਾ ਖਾਣਾ, ਉਹ ਆਪਣੀ ਮਰਜ਼ੀ ਨਾਲ ਹੀ ਕੋਈ ਵੀ ਆਟਾ ਚੱਕ ਲਿਆਂਦੇ ਕਿ ਹਾਂਜੀ ਠੀਕ ਆ ਗਲੂਟਨ ਫ੍ਰੀ ਖਾਣਾ, ਅਸੀਂ ਆਪੇ ਡਾਈਟ ਕਰ ਸਕਦੇ ਹਾਂ। ਪਰ ਸਾਰੇ ਆਟੇ ਸਾਰਿਆਂ ਲਈ ਨਹੀਂ ਬਣੇ ਹੈਗੇ। ਅਗਰ ਤੁਹਾਡਾ ਵਾਤਾ ਵਾਲੀ ਬੋਡੀ ਟਾਈਪ ਆ ਤੇ ਤੁਸੀਂ ਜਿੱਦਾਂ ਕਿ ਆਟੇ ਹੈਗੇ ਆ ਬਾਹਰਲੇ, ਜਿਹੜਾ ਆਟੇ ਹੈਗੇ ਜਿੱਦਾਂ ਕਿ ਜਵਾਰ ਦਾ ਆਟਾ ਹੋ ਗਿਆ ਜਾਂ ਰਾਗੀ ਦਾ, ਨਹੀਂ ਰਾਗੀ ਖਾ ਸਕਦੇ ਆ, ਜਵਾਰ ਦਾ ਆਟਾ ਨਹੀਂ ਖਾ ਸਕਦੇ, ਕਿਉਂਕਿ ਮਤਲਬ ਵਾਤਾ ਵਾਲੇ ਜਿਹੜੇ ਕਿ ਸਿੰਪਲ ਵੀਟ ਵੀ ਖਾ ਲੈਣਗੇ ਉਹਨਾਂ ਦਾ weight ਜਿਹੜਾ ਲੋਸ ਹੋ ਜਾਊਗਾ, ਸਿੰਪਲ ਰਾਈਸ ਵੀ ਖਾ ਲੈਣਗੇ weight ਲੋਸ ਹੋ ਜਾਊਗਾ। ਜਿਹੜੇ ਪਿੱਤਾ ਦੋਸ਼ਾਂ ਵਾਲੇ ਆ ਉਹਨਾਂ ਦੀ ਬੋਡੀ 'ਚ ਨਾ ਇੱਕ ਹੀਟ ਹੁੰਦੀ ਆ ਬਹੁਤ ਜ਼ਿਆਦਾ, ਤੇ ਉਹ ਕੀ ਕਰਦੇ ਆ ਕਿ ਹੀਟ ਕਰਕੇ ਨਾ ਬਾਜਰੇ ਦਾ ਆਟਾ ਖਾ ਲੈਂਦੇ, ਲੇਕਿਨ ਤੁਹਾਡੀ ਬੋਡੀ 'ਚ ਆਲਰੇਡੀ ਹੀਟ ਆ ਤੇ ਤੁਸੀਂ ਹੋਰ ਬਾਜਰੇ ਦਾ ਆਟਾ ਬਹੁਤ ਤਸੀਰ ਗਰਮ ਹੁੰਦੀ ਆ, ਤੁਸੀਂ ਅਗਰ
ਅਖਰੋਟ ਖਾ ਲਓਗੇ ਤਾਂ ਤੁਹਾਡੀ ਬੋਡੀ 'ਚ ਹੋਰ ਸਕਿਨ ਐਲਰਜੀਜ਼ ਜਿਹੜੀਆਂ ਹੋ ਹੋ ਜਾਣਗੀਆਂ। ਸਕਦੀਆਂ ਇਸ ਕਰਕੇ ਜਿਹੜਾ ਪਿੱਤਾ ਦਾ ਪੇਸ਼ੈਂਟ ਹੈਗਾ ਜਾਂ ਜਿੰਦਾ ਪਿੱਤਾ ਦੋਸ਼ ਐਗਰੀਵੇਟਡ ਹੈਗਾ, ਜਿਹਨੂੰ ਸਕਿਨ ਡਿਸਆਰਡਰਸ ਆ, ਜਿਹਨੂੰ ਐਸਿਡਿਟੀ ਆ, ਉਹਨੂੰ ਬਾਹਰਲੇ ਜੌਂ ਦਾ ਆਟਾ ਖਾਣਾ ਜੌਂ ਚਾਹੀਦਾ। ਦਾ ਆਟਾ ਖਾਣਾ ਤੇ ਚਾਹੀਦਾ। ਜਿਹੜਾ ਕਫਾ ਦੋਸ਼ ਵਾਲਾ ਉਹਦੇ ਲਈ ਗਲੂਟਨ ਫ੍ਰੀ ਜਿਹੜਾ ਵੀ ਆਟਾ ਵਾ ਕੋਈ ਖਾ ਸਕਦਾ। ਇਸ ਕਰਕੇ ਕਾਫੀ ਟਿਪਸ ਨੇ ਕਿ ਜਿਹੜੇ ਤੁਸੀਂ ਫੋਲੋ ਕਰ ਸਕਦੇ ਹੋ। ਜੀ ਬਿਲਕੁਲ ਤੁਸੀਂ ਠੀਕ ਆ। ਤੇ ਡਾਕਟਰ ਪੁਨੀਤ ਤੁਸੀਂ ਸਟੂਡੀਓ ਦੇ ਵਿੱਚ ਆਏ ਤੇ ਆਯੁਰਵੇਦਾ ਬਾਰੇ ਤੁਸੀਂ ਬਹੁਤ ਕੁਝ ਦੱਸਿਆ, ਤਾਂ ਬਹੁਤ ਵਧੀਆ ਟਿਪਸ ਤੁਸੀਂ ਦਿੱਤੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। तन अपने